का खालसा वाहिगुरू जी की फतेह। ਅੱਜ ਆਪਾਂ 11ਵੀਂ ਅਸ਼ਟਪਦੀ ਦਾ ਦੂਜਾ ਪਾਠ ਕਰਨਾ ਹੈਗਾ ਸ਼ੁਰੂ। ਪਰ ਕਰਨ ਤੋਂ ਪਹਿਲਾਂ ਥੋੜਾ ਜਿਹਾ ਮੈਂ ਰਿਵਿਊ ਕਰਨਾ ਮੰਗਦਾ ਹੈਗਾ। ਗੋ ਟੂ ਦ ਸੈਕੰਡ ਸਲਾਈਡ। ਇਹ ਦੋ ਅਗਲੀ ਤੇ ਪਿਛਲੀ ਵਾਰ ਜਦ ਆਪਾਂ ਚੌਥਾ ਕਰ ਰਹੇ ਸੀਗੇ ਨਾ, ਤਾਂ there was some question on ਨਾਨਕ ਜੀਵੈ ਦੇਖ ਵਡਾਈ। ਉਹਦੇ 'ਚ ਜਿਹੜਾ ਵਡਾਈ ਹੁੰਦਾ ਨਾ, ਵਡਾਈ ਦੀ there's not a good translation of ਵਡਾਈ in English। ਵਡਾਈ ਜਿੱਦਾਂ ਮੈਂ ਇੱਥੇ ਲਿਖਿਆ ਨਾ, ਮੈਂ ਲਿਖਿਆ ਸੀਗਾ ਬਜ਼ੁਰਗੀ, ਵੀ ਜੋ ਕੁਛ ਉਹਨੇ ਕੀਤਾ ਵੀ ਆਪਣੀ ਐਲਡਰਨੈਸ ਦੇ ਮੁਤਾਬਕ, ਆਪਣੀ ਮੱਤ ਦੇ ਮੁਤਾਬਕ ਵਾਹਿਗੁਰੂ ਨੇ ਜੋ ਕੁਛ ਵੀ ਕੀਤਾ ਹੈਗਾ ਨਾ, ਵੀ ਉਹਨੂੰ ਕਹਿੰਦੇ ਵਡਾਈ, ਵੱਡਾਪਣ ਜਿਹਨੂੰ ਕਹਿੰਦੇ ਆ, ਵੱਡਾਪਣ। ਤੇ ਗ੍ਰੇਟਨੈਸ ਜਦ ਕਹਿੰਦੇ ਆ ਤਾਂ ਗ੍ਰੇਟਨੈਸ ਦੇ ਵਿੱਚ ਥੋੜ੍ਹਾ ਜਿਹਾ ਫਰਕ ਆ ਜਾਂਦਾ, ਵੀ ਬਣਦਾ ਨਹੀਂ ਕੋਈ। I could not find any suitable English word। ਪਰ ਮੈਂ ਉਦੋਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਕਿਉਂ ਵੀ ਜਿਹੜਾ ਨਾਨਕ ਹੈਗਾ ਕਰਕੇ ਔਂਕੜ ਨਹੀਂ ਲੱਗਾ ਹੈਗਾ ਨਾ, ਇਹਨੂੰ ਅਸੀਂ ਕਹਿਣਾ ਨਾਨਕ, ਇਹ ਨਾਨਕ। ਤਾਂ ਮੈਂ ਦੱਸਿਆ ਸੀਗਾ ਵੀ ਜੇ ਹੁੰਦਾ ਵੀ ਜੀਵੇ ਵਰਡ ਦਾ ਇਹਦੇ ਨਾਲ ਸੰਬੰਧ ਹੁੰਦਾ ਤਾਂ ਨਾਨਕ ਦੇ ਥੱਲੇ ਔਂਕੜ ਹੋਣਾ ਚਾਹੀਦਾ ਸੀਗਾ। ਨਾਨਕ ਨੀਚ ਕਹੇ ਵਿਚਾਰ, ਜਿੱਦਾਂ ਲਿਖਿਆ ਹੈਗਾ, ਨਾਨਕ ਥੱਲੇ ਵੀ ਔਂਕੜ, ਨੀਚ ਵੀ, ਕਿਉਂਕਿ ਉਹਦੇ ਨਾਲ ਲੱਗਦਾ ਹੈਗਾ। ਕਹੇ, ਕਹੇ ਉਹਦੇ ਨਾਲ ਵਰਬ ਲੱਗਦਾ ਹੈਗਾ। ਸੋ ਕਦੀ ਵੀ ਹੋਵੇ ਜਦ ਵੀ ਹੈ ਨਾ, ਦਲਾਵਾਂ ਆਉਂਦੀਆਂ ਹੈਗੀਆਂ, ਕਿਤੇ ਵੀ ਦਲਾਵਾਂ ਆਉਂਦੀਆਂ ਹੈਗੀਆਂ, ਹਮੇਸ਼ਾ ਥਰਡ ਪਰਸਨ, ਕਦੇ ਵੀ ਫਸਟ ਪਰਸਨ ਦੇ ਵਿੱਚ ਨਹੀਂ ਆਉਂਦੀਆਂ ਹੈਗੀਆਂ। ਜੇ ਅਸੀਂ ਕਹੀਏ ਵੀ ਨਾਨਕ ਇਹ ਮੈਂ ਜੀਂਦਾ ਹਾਂ, ਇਹ ਬਣਦਾ ਨਹੀਂ, ਮਤਲਬ ਨਹੀਂ ਬਣ ਸਕਦਾ। ਫਿਰ ਉਹਦੇ ਉੱਤੇ ਦਲਾਵਾਂ ਨਹੀਂ ਸੀ ਆਉਣੀਆਂ, ਜੀਵੇ ਵਾਲੇ ਕੋਈ ਹੋਰ ਅੱਖਰ ਜਾਂ ਬੁਲਾਉਣਾ ਪਾਉਣਾ ਸੀਗਾ, ਜਿੱਦਾਂ ਸਿਮਰੋਂ ਮੈਂ ਸਿਮਰਦਾ ਹਾਂ, ਜਾਣੀ ਇੱਦਾਂ ਮੈਂ ਜੀਂਦਾ ਹਾਂ, ਮੈਂ ਜੀਉਂ, ਤੇ ਲਾਕੜੇ ਲਾ ਕੇ ਤਾਂ ਉੱਤੇ ਬਿੰਦੀ ਲਾਉਣੀ ਪੈਣੀ। ਜੇ ਜੀਵੇ ਆ ਗਿਆ ਹੈਗਾ, ਇਹਦਾ ਮਤਲਬ ਇਟ ਗਾਟ ਬੀ ਅ ਥਰਡ ਪਰਸਨ। ਸੋ ਤਾਂ ਹੀ ਇਹ ਜਿਹੜਾ ਜਾਂਦਾ ਹੈਗਾ ਨਾ, ਵੀ ਇਹ ਉਹੋ ਹੀ ਹੁੰਦਾ ਹੈਗਾ, ਨਾਨਕ ਵਿਗਸੈ ਬੇਪਰਵਾਹ। ਵੀ ਜਿੱਦਾਂ ਵਾਹਿਗੁਰੂ ਨੂੰ ਕਿਹਾ ਹੈ ਨਾ, ਵੀ ਉਹਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਹੈਗੀ, ਉਹਨੇ ਆਪਣਾ ਖੇਲ ਜਿਹੜਾ ਬਣਾਇਆ ਹੈਗਾ, ਹੀ ਇਜ਼ ਇੰਜੋਇੰਗ ਇਟ ਐਂਡ ਹੀ ਲਵਸ ਇਟ। ਵੀ ਜੋ ਕਿ ਦੂਜੀ ਗੱਲ ਚੇਤੇ ਰੱਖਣ ਵਾਲੀ ਇਹ ਗੱਲ ਹੁੰਦੀ ਹੈਗੀ ਆ, ਗਾਡ ਇਜ਼ ਪਰਫੈਕਟ। ਅਸੀਂ ਆਸਾ ਦੀ ਵਾਰ ਦੇ ਵਿੱਚ ਵੀ ਜਦ ਪੜ੍ਹਦੇ ਹੈਗੇ, ਸੱਚੇ ਤੇਰੇ ਖੰਡ, ਸੱਚੇ ਤੇਰੇ ਫਰਮਾਨ, ਸੱਚੇ ਜਦੋਂ ਆਉਂਦਾ ਨਾ ਸਾਰਾ ਕੁਝ, ਵੀ ਜੋ ਕੁਛ ਵੀ ਉਹਨੇ ਬਣਾਇਆ, whatever he has created is also great and is also perfect, also such। ਉਹਦੇ ਵਿੱਚ ਕੋਈ ਵੀ ਉਕਾਈ ਨਹੀਂ, there is no fault in it, there is no actually any ਊਣਤਾ ਜਿਹਨੂੰ ਅਸੀਂ ਕਹਿੰਦੇ ਹੈਗੇ ਵੀ ਉਹਦੇ ਕੀਤੇ ਕੰਮ ਦੇ ਵਿੱਚ, there is nothing like that in ਵਾਹਿਗੁਰੂ's creation। okay? ਸੋ ਜੋ ਕੁਛ ਉਹਨੇ ਬਣਾਇਆ ਹੈਗਾ ਉਹ ਸਾਰਾ ਕੁਛ ਸੱਚ ਆ। ਸੱਚ ਦਾ ਮਤਲਬ ਇਹ ਹੁੰਦਾ ਹੈਗਾ ਵੀ ਜਿਹੜਾ ਪਰਫੈਕਟ ਹੋਵੇ, ਜਿਹੜਾ ਕਦੀ ਚੇਂਜ ਨਹੀਂ ਹੋਣਾ, ਇਟ ਵਿਲ ਸਟੇ ਦੇਅਰ ਵੇ ਐਵਰ। ਸੋ ਇਸ ਲਈ ਕਰਕੇ ਨਾ ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਵੀ ਜੋ ਕੁਛ ਉਹਨੇ ਕ੍ਰੀਏਟ ਕੀਤਾ ਇਟਸ ਪਰਫੈਕਟ। ਸੋ ਹੁਣ ਬੈਠਾ ਹੈਗਾ ਆਪਣੀ ਜਿਹੜੀ ਸਮਾਧੀ ਦੀ ਸਟੇਟ ਦੇ ਵਿੱਚ ਨਹੀਂ ਹੋ, ਹੀ ਇਜ਼ ਇਨ ਹਿਜ਼ ਅਵੇਕਨਡ ਸਟੇਟ। ਤਾਂ ਉਹਦੇ ਵਿੱਚ ਉਹ ਦੇਖ ਕੇ ਆਪਣਾ ਉਹ ਖੁਸ਼ ਹੋ ਰਿਹਾ ਹੈਗਾ ਆਪਣੀ ਬਣਾਈ। ਦੋਹਾਂ ਨੂੰ ਇਕੱਠਿਆਂ ਨੂੰ ਪੜ੍ਹੋਗੇ, ਆਪਣੀ ਬਣਤ ਜਗਤ ਰਚਨਾ ਆਪ ਬਣਾਈ, ਉਹਨੇ ਆਪੇ ਬਣਾਈ। ਨਾਨਕ, ਇਹ ਨਾਨਕ ਉਹਨੂੰ ਉਹ ਦੇਖ ਦੇਖ ਕੇ ਆਪ ਵਿਗਸ ਰਿਹਾ ਹੈਗਾ। ਸੋ ਦੈਟ ਆਲਵੇਜ਼ ਗੋਜ਼ ਵਿਦ। ਅਸੀਂ ਹੁਣ ਕਹਿੰਦੇ ਹੈਗੇ ਇੱਕ ਕਮਾਈ ਜੁਗਤ ਵਿਆਜ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ, ਜਦ ਤੇ ਪਾਵੇ ਤੇ ਵੇ ਚਲਾਵੇ ਜਗੋ ਫਰਮਾਨ। ਉਹ ਵੇਖਿਆ, ਉਹਦੇ ਨਾਲ ਵੇਖੇ ਲਾਤਾ, ਤੇ ਕਹਿਣ ਦਾ ਮਤਲਬ ਉੱਤੇ ਦੋ ਦਲਾਵਾਂ ਲੱਗੀਆਂ ਹੈਗੀਆਂ, ਥਰਡ ਪਰਸਨ। ਉਹ ਥਰਡ ਪਰਸਨ ਦੇ ਨਾਲ ਜਾਂਦਾ ਹਮੇਸ਼ਾ। ਦਲਾਵਾਂ ਜਿਹੜੀਆਂ ਹੈਗੀਆਂ ਦੇ ਵਿਲ ਗੋ ਵਿਦ ਦ ਥਰਡ ਪਰਸਨ ਫॉर द वर्ड। ਹੁਣ ਇਹ ਨਾ ਕਿ ਉਹ ਵੀ ਕਿਤੇ ਆ ਗਿਆ ਹੈਗਾ, ਨਾਉਨ ਆ ਗਿਆ ਤਾਂ ਉਹਦੇ ਉੱਤੇ ਦਲਾਵਾਂ ਲੱਗੀਆਂ, ਜਿੱਦਾਂ ਹਉਮੈ ਵਗੈਰਾ ਹੈਗਾ, ਉਹਦਾ ਮਤਲਬ ਹੁੰਦਾ ਦੇ ਪ੍ਰੈਪੋਜੀਸ਼ਨ ਇਨ ਦੇਅਰ।
पर जो वर्ब हैगा इट विल ऑलवेज गो विद इज दैट क्लीयर नाउ। तो मैं वो पॉइंट बनाना किया तो मगरों जब तुम क्या ना भी आई सैड या इट कैन हैपन बट नो, फिर जब मैं वो बारे सोचा भी नहीं इट कैन नॉट हैपन दैट वे क्योंकि इट्स ए थर्ड पर्सन। ओके हुण चलो वापस जितों शुरू किया पहला इदू श्लोक तो आप शुरू करिए। करण कारण प्रवेख है दूसर नायक होए नानक तिस बलहान है जब थल में सोए। ਅਸੀਂ ਇਹਦੇ ਵਿੱਚ ਕੀਤਾ ਸੀਗਾ ਵੀ ਉਹ ਸਾਰੀ ਰਚਨਾ all the creation is created by God। ਕਾਰਨ ਦਾ ਮਤਲਬ ਦੋ ਹੁੰਦੇ ਹੈਗੇ, ਜਿੱਦਾਂ ਮੈਂ ਪਾਇਆ ਹੈਗਾ ਵੀ ਕੌਜ਼ ਵੀ ਹੁੰਦਾ ਕ੍ਰੀਏਟਡ ਵੀ ਹੁੰਦਾ। ਹਰੇਕ ਚੀਜ਼ ਦਾ ਜਾਣੀ ਮੂਲ ਵੀ ਉਹੋ ਹੀ ਆ, ਇਟਸ ਅ ਸੋਰਸ which is the cause। so the doer and whatever causes to happen thing is the same creator। okay कारण कारण प्रभ एक है, he is the only one who does that work। दूसरा ना ही कोई, there is no other one actually who actually provide that hukum and let things happen that way। Nanak tis balharne jaltal nijal sohe, so we already talk about it। Nanak ji is saying I'm sacrificed to him because he is everywhere, he is omnipotent and he is omnipresent। omnipresent every place he is there। ਚਾਹੇ ਅਸੀਂ ਜਲ ਦੀ ਗੱਲ ਕਰਦੇ ਹਾਂ, ਲੱਲੇ ਨੂੰ ਸਿਆਰੀ ਲੱਗੀ ਆ ਜਲ ਵਿੱਚ, ਥਲ ਦਾ ਮਤਲਬ ਇਨ ਦ ਲੈਂਡ, ਲੈਂਡ ਦੇ ਵਿੱਚ, ਜਾਂ ਮਹੀਅਲ on the surface of the earth and above it all the way up to the sky and in sky, every place God is there। okay ਸਾਰੇ ਥਾਂ ਤੇ। okay let's go to number 5 now। But before I get into it, I want you to actually read the whole thing very carefully and spend a couple of minutes trying to understand what it says। Then I'll go from there। ਹੁਣ ਕੱਲਾ ਪੜ੍ਹਨਾ ਹੀ ਨਹੀਂ ਸੀਗਾ, ਯੂ ਹੈਵ ਟੂ ਰਿਫਲੈਕਟ ਅਪਨ ਇਟ। ਇਹ ਕੀ ਕਹਿ ਰਹੇ ਹੈਗੇ ਆ ਗੁਰੂ ਸਾਹਿਬ ਇਸ ਇਹਦੇ ਵਿੱਚ। ਓਕੇ ਸੋ ਆਲ ਗਿਵ ਯੂ ਅਨਦਰ minute to think about that। It is very important that you ask questions. When I make a statement, you should not take it for granted. If you feel you don't understand it, then how did you come up with that meaning? You should ask for it. Because I'm actually teaching you what the grammar says, how to interpret it. So ਜੇ ਤੁਹਾਨੂੰ ਕਿਤੇ ਲੱਗੇ ਨਾ ਵੀ ਇਹ ਕਿੱਦਾਂ ਬਣ ਗਿਆ grammar ਦੇ ਨਾਲ, so just ask question and let's actually look at it and I may be wrong। ਸੋ ਇਹਦੇ ਵਿੱਚ ਹੁਣ ਅਸੀਂ ਸ਼ੁਰੂ ਕੀਤਾ ਸੀ, ਇਸ ਦੇ ਥੱਲੇ ਔਂਕੜ ਨਹੀਂ ਲੱਗਾ। ਕਿਉਂ ਨਹੀਂ ਔਂਕੜ ਲੱਗਾ? So from time to time you got to actually go and review those 2 sheets I gave you। ਜੇ ਤੁਹਾਡੇ ਕੋਲ ਨਹੀਂ ਹੈਗੀਆਂ ਮੈਨੂੰ ਦੱਸਿਓ, ਫਿਰ ਮੈਂ ਤੁਹਾਨੂੰ ਦੇ ਦੂੰਗਾ। ਕਿਉਂਕਿ ਉਹ ਮੈਂ ਬਹੁਤ ਰੂਲ ਜਿਹੜੇ ਹੈਗੇ ਆ ਨਾ, ਜਿਹੜੇ ਆਮ ਅਪਲਾਈ ਹੁੰਦੇ ਆ, they apply all over the place again and again। I summed up those rules in 2 sheets। So it's followed by a preposition। Right, it's explicit, it's not implicit, it's explicit, even written। ka ਦਾ ਮਤਲਬ ਦਾ, and it's a preposition। so ਜਦ preposition ਆ ਜਾਵੇ ਕਿਸੇ ਵੀ pronoun ਜਾਂ noun ਦੇ ਨਾਲ, so what happens is ਉਹਦਾ ਔਂਕੜ ਜਿਹੜਾ ਹੈਗਾ
ਉੱਡ ਜਾਂਦਾ ਹੈਗਾ। ਸੋ ਯੂ ਰਿਮੂਵ ਦੈਟ ਔਂਕੜ। ਸੋ ਇਸ ਸਿੰਗੂਲਰ ਸਟੇਟਮੈਂਟ ਇਸ ਕਾ ਬਲ। ਬਲ ਦਾ ਮਤਲਬ ਹੁੰਦਾ ਤਾਕਤ। ਹੁਣ ਤਾਕਤ ਨੂੰ ਤੁਸੀਂ ਪਾਵਰ ਨਾ ਸਮਝੇ ਹੋਵੇ, ਅਸਲੀ ਤਾਂ ਬਲ ਦਾ ਮਤਲਬ ਹੈਗਾ ਸਟਰੈਂਥ। ਹੁਣ ਮੈਂ ਇੱਥੇ ਖੜਾ ਕਰੀ ਜਾਵਾਂ ਵੀ ਮੇਰੇ ਵਿੱਚ ਇੰਨਾ ਜ਼ੋਰ ਹੈਗਾ, ਮੈਂ ਆਹ ਕਰ ਲੈਂਦਾ ਹੈਗਾ, ਓਕੇ। ਮਾੜਾ ਜਿਹਾ ਕੋਈ ਹਾਰਟ ਅਟੈਕ ਹੋ ਜਾਵੇ ਜਾਂ ਕੁਛ ਹੋ ਜਾਵੇ, ਤੁਹਾਡੇ ਤੋਂ ਕੁਛ ਘਰ ਵੀ ਨਹੀਂ ਹੁੰਦਾ। ਜੇ ਪੈਰਾਲਾਈਜ਼ ਹੋ ਗਿਆ, where did that go? Think about it. So, what Guruji is saying in here, iska bal, ਜਿਹੜਾ ਬੰਦੇ ਦਾ ਹੈਗਾ, ਜੀਵ ਦਾ, ਜੀਵ ਆਤਮਾ ਦਾ ਬਲ ਜਿਹੜਾ ਹੈਗਾ, it is not in his or her hand. ਇਹ ਸਾਡੇ ਹੱਥਾਂ ਦੇ ਵਿੱਚ ਨਹੀਂ ਹੈਗਾ ਉਹ ਬਲ। ਉਹ ਕਿਹਦੇ ਹੱਥ ਦੇ? ਹੱਥ ਦੇ ਵਿੱਚ ਮੈਂ ਥੋੜਾ ਜਿਹਾ ਉੱਤੇ ਉਹ ਪਾਇਆ ਹੈਗਾ ਅਗੇਨ, ਕਿਉਂਕਿ ਇਸ ਦੇ ਹੱਥ ਵਿੱਚ ਆਉਣਾ ਸੀਗਾ। So there's a preposition in here, ਉਹ ਥੱਥੇ ਨੂੰ ਸਿਆਰੀ ਲੱਗਣੀ ਸੀਗੀ ਇੱਥੇ। ਜੇ ਕੱਲਾ ਹੱਥ ਹੁੰਦਾ, ਕੱਲਾ ਹੱਥ ਲਿਖਿਆ ਹੁੰਦਾ, then you can actually say that, but you can remove the ਔਂਕੜ। ਪਰ ਜਦ ਇੱਥੇ ਹੁਣ ਹੱਥ ਪਾਤਾ ਹੈਗਾ ਤਾਂ ਉਹਦੇ ਵਿੱਚ ਇਹ ਆ ਗਿਆ ਹੈਗਾ ਵੀ ਹੁਣ ਇੱਥੇ ਥੱਥੇ ਨੂੰ ਸਿਆਰੀ ਹੋਣੀ ਜ਼ਰੂਰੀ ਚਾਹੀਦੀ ਸੀਗੀ। ਸੋ ਬਹੁਤ ਸਾਰੀਆਂ ਪੁਰਾਤਨ ਪੀੜਾਂ ਦੇ ਵਿੱਚ ਜਿਹੜਾ ਹੈਗਾ ਸਿਆਰੀ ਲੱਗੀ ਹੋਈ ਹੈਗੀ ਆ, ਯੂ ਵਿਲ ਸੀ ਦੈਟ, ਓਕੇ। ਸੋ ਇਹਦੇ ਹੱਥਾਂ ਦੇ ਵਿੱਚ ਹੈ ਨਹੀਂ ਉਹ ਬਲ ਜਿਹੜਾ ਹੈਗਾ। ਕਰਨ ਕਰਾਵਨ ਸਰਵ ਕੋ ਨਾਥ। ਕਰਨ ਕਰਾਵਨ ਦਾ ਅਸੀਂ the doer and cause of everything directly that happens is God, and he is the master of all. ਸਰਵ ਕੋ ਨਾਥ, ਨਾਥ ਦਾ ਮਤਲਬ ਹੁੰਦਾ ਮਾਸਟਰ, ਜਿਹੜਾ ਮਾਲਕ ਹੋਵੇ। ਸੋ ਸਰਵ ਕੋ ਨਾਥ। ਆਗਿਆਕਾਰ ਬਪੁਰਾ ਜੀਵ। ਜਿਆਦਾ ਨਾ ਬਹੁਤ ਵਾਰੀ ਅਸੀਂ ਗੁਰਬਾਣੀ ਪੜ੍ਹਦੇ ਹੈਗੇ ਆ, ਵਿਛੁੜ ਲਿਖਿਆ ਹੁੰਦਾ, ਛੱਛੇ ਦੇ ਥੱਲੇ ਔਂਕੜ ਪਾਇਆ ਹੁੰਦਾ, ਅਸੀਂ ਇਹ ਛੱਡ ਜਾਂਦੇ ਹੈਗੇ। ਅਸੀਂ ਇਹਨੂੰ ਵਪੁਰਾ ਪੜ੍ਹ ਜਾਂਦੇ ਹੈਗੇ। ਵਪੁਰਾ ਪੁਰਾ ਆ ਬਣਦਾ ਹੈਗਾ, ਔਂਕੜ ਲੱਗਾ, ਔਂਕੜ ਨੂੰ ਛੱਡਣਾ ਨਹੀਂ ਹੈਗਾ। ਵਪੁਰਾ ਜੀਓ, ਵਪੁਰਾ ਦਾ ਮਤਲਬ ਹੁੰਦਾ ਵਿਚਾਰਾ, ਦ ਪੂਅਰ ਸੋਲ, ਓਕੇ। ਹੁਣ ਜੀਓ ਦੀ ਗੱਲ ਹੋ ਰਹੀ ਆ, ਆਤਮਾ ਦੀ ਗੱਲ ਹੋ ਰਹੀ ਆ, ਸੋਲ ਦੀ ਹੋ ਰਹੀ ਹੈਗੀ ਆ। ਉਹੀ ਹੈਗਾ ਵੀ ਇਹ ਜਿਹੜਾ ਸੋਲ ਹੈਗਾ, ਇਹਦੇ ਹੱਥ ਦੇ ਵਿੱਚ ਕੋਈ ਨਹੀਂ, ਇਹ ਤਾਂ ਵਿਚਾਰਾ ਆ। ਇਟਸ ਅ ਪੂਅਰ ਹੈਲਪਲੈਸ ਬੀਇੰਗ। ਤਾਂ ਹੈ ਕੀ ਆ? ਆਗਿਆਕਾਰੀ। ਜੋ ਕੁਝ ਕਰਨ ਕਰਾਵਣ ਵਾਲਾ ਹੈਗਾ, causes it to happen, all he does is he is obedient to the hukum of God. ਵਾਹਿਗੁਰੂ ਦਾ ਆਗਿਆਕਾਰੀ ਆ। ਜੋ ਗੁਰੂ ਉਹ ਤੋਂ ਕਰਾਉਂਦਾ ਹੈਗਾ, ਵਾਹਿਗੁਰੂ ਕਰਾਉਂਦਾ ਹੈਗਾ, that's what he does. ਆਗਿਆਕਾਰੀ ਬਪਰਾ ਜੀਓ। ਤੇ ਕਰਦਾ ਕੌਣ ਹੈਗਾ? ਜੋ ਤਿਸ ਭਾਵੈ, whatever pleases the God, ਸੋਈ ਫੁਨ। ਫੁਨ ਜਿਹੜਾ ਹੈਗਾ, ਫੁਨ ਕੋਈ ਵੀ ਚੀਜ਼ ਜਿਹੜੀ ਮੁੜ ਕੇ ਹੋਣੀ, ਅਗੇਨ, ਟੂ ਹੈਪਨ ਸਮਥਿੰਗ ਅਗੇਨ। ਜੋ ਤਿਸ ਭਾਵੈ ਸੋਈ ਫੁਨ ਥੀਓ, ਉਹੀ ਕੁਛ ਹੁੰਦਾ ਹੈਗਾ। whatever pleases God, that's what happens. ਸੋ ਪਹਿਲੀ ਵਾਲੀ ਲਾਈਨ ਦੇ ਨਾਲ ਹੀ ਜਾਨੀ it relates to that one very well. ਹੁਣ ਕਬਹੂ ਊਚ ਨੀਚ ਮੈਂ ਬਸਾ। ਹੁਣ ਮੈਂ ਤੁਹਾਨੂੰ ਪੁੱਛੂ, ਬਸਾ ਥਰਡ ਪਰਸਨ ਦੇ ਨਾਲ ਹੈਗਾ, ਇਸ ਵਰਡ ਵੀ ਰਹਿੰਦਾ ਹੈਗਾ। ਕੌਣ ਰਹਿੰਦਾ? ਕਿਹਦੀ ਗੱਲ ਹੋ ਰਹੀ ਹੈ? Whenever you are doing meaning, you got to ask yourself question so that you can get the proper interpretation of it. ਹੁਣ ਕਿਹਦੀ ਗੱਲ ਹੋ ਰਹੀ ਹੈ ਇਸ ਪਦੇ ਦੇ ਵਿੱਚ? ਅਸੀਂ ਜੀਓ ਦੀ ਗੱਲ ਕਰਦੇ ਹਾਂ, ਆਤਮਾ ਦੀ, ਓਕੇ। ਉਹ ਜਿਹੜਾ ਸੋਲ ਹੈਗਾ,
ऊंच नीच में बसे. The soul dwells sometimes as an exalted being, बहुत ऊंची अवस्था दे विच, नीच, and sometimes he is in the rut, where everything is falling apart and everything, that's the way soul lives. And it's, you experience it, I experience it. Guru Sahib is talking about everybody, all the soul. That's the way the soul is living. Jyotis Pava, Soi Fun Ho, I'm sorry, Kabu Sog, sometimes, Kabhu, the mother sometimes it's in Sog the mother की होता हैगा, ਜਿਹੜਾ चिंता ਦੇ ਵਿੱਚ ਹੋਵੇ, worries ਦੇ ਵਿੱਚ ਹੋਵੇ. Sometimes it lives in worries. And sometimes hark da matlab hunda khushi, in happiness, in joy. And sometimes he's very much actually enjoying it. Rang base, rang da matlab hunda mauj de vich has reha hai. Okay? So that's describing us. You can look at your life, everyday life, and that's the way we are. And sometimes in a day, we go through these moods in one single day. And sometimes in an hour, So this is the way, actually the soul is living. Kabhu nind chind vihar. And sometimes he's engaged in the thoughts of slandering others. Kabhu oob akash pyar. Kei bari he gets so exalted that he is in the seventh sky, very happy, and he feels very good about everything. And sometimes he thinks he's thrown in the Netherlands of the underworlds. And ਕਿਤੇ ਪਿੱਠ ਦੇ ਵਿੱਚ ਸਿੱਟਿਆ ਆ ਵੀ ਜਿੱਥੇ ਉਹਨੂੰ ਕੁਝ ਸਮਝ ਹੀ ਨਹੀਂ ਲੱਗਦੀ ਵੀ ਮੈਂ ਕੀ ਕਰਾਂ ਕੀ ਨਾ. Okay? Kabhu, and sometimes beta brahm vichar. ਹੁਣ ਬ੍ਰਹਮ ਦੇ ਥੱਲੇ ਔਂਕੜ ਨਹੀਂ ਹੈਗਾ. ਕੀ ਮਤਲਬ ਹੋਇਆ ਇਹਦਾ? ਬ੍ਰਹਮ ਦਾ ਪ੍ਰੈਪੋਜੀਸ਼ਨ ਹੈ. ਵਿਚਾਰ ਦੇ ਥੱਲੇ ਔਂਕੜ ਨਹੀਂ ਹੈਗਾ. ਇਹਦਾ ਮਤਲਬ ਕੀ ਹੋਇਆ? ਇਸੇ ਪਲੂਰਲ. ਓਕੇ, ਸੋ ਬੇਤਾ ਹੁੰਦਾ ਹੈਗਾ the one who is the knower of it. Okay? Sometimes he's engaged in, okay, in the thought, in the vichar. I lost my thought. Kabhu beta brahm vichar. Kai bari ek hi karda hai, he's trying, he is actually doing contemplating on the thoughts of Vaheguru, ਜਾਣਨ ਦੀ ਵਿਚਾਰ ਕਰਦਾ ਹੈਗਾ. ਓਕੇ, ਵਿਦਿਆ ਵਿਖਮ ਵਿਚਾਰ ਜਾ ਕੇ ਕਈ ਫਿਰ ਪੜ੍ਹਦੇ ਹੈਗੇ ਵੀ ਵਾਹਿਗੁਰੂ ਕੀ ਚੀਜ਼ ਹੈਗੀ ਕੀ ਨਹੀਂ ਹੈਗੀ ਆ. ਦੇ ਟਰਾਈ ਟੂ ਅੰਡਰਸਟੈਂਡ ਇਟ. ਦਿਸ ਇਜ਼ ਐਗਜ਼ੈਕਟਲੀ ਵਾਟ ਦਿਸ ਵਨ ਸੇਜ਼. ਨਾਨਕ ਆਪ ਮਿਲਾਪ ਰਹਾ. ਪਰ ਇੱਥੇ ਹੁਣ ਗੁਰੂ ਸਾਹਿਬ ਨੇ ਮੋਹਰ ਲਾਤੀ ਹੈਗੀ ਆ. ਉਹ ਕਹਿੰਦੇ ਹੈ ਨਾਨਕ ਵੀ ਉਹਨੂੰ ਜਿਹੜਾ ਮਿਲਣਾ ਹੈਗਾ ਨਾ, he is the only one who can actually unite anybody with himself. Okay? ਹਾਂਜੀ. ਕਬਹੂ ਊਬ ਆਕਾਸ਼ ਆਯਾਲ. ਇਹਦੇ ਵਿੱਚ ਇਹੋ ਹੀ ਆ ਕਿ ਉੱਤੇ ਉੱਠਦਾ, ਮਤਲਬ ਆਪਣੇ ਆਪ ਨੂੰ ਬਹੁਤ ਉੱਤੇ ਸਮਝਦਾ. ਤੇ ਕਹਿਣ ਦਾ ਮਤਲਬ ਉਹ ਪਰ ਇਹਨਾਂ ਦਾ everything is falling the way he wanted it. He is very happy. ਜਿੱਦਾਂ ਅਸੀਂ ਕਹਿੰਦੇ ਨਾ, ਉਹ ਤਾਂ ਕਹਿੰਦਾ ਆਕਾਸ਼ ਤੇ ਹੁਣ ਚੜਿਆ ਫਿਰਦਾ ਹੈਗਾ ਵੀ ਜਿੱਦਾਂ ਉਹ ਸੇਮ ਥਿੰਗ. ਉਹਦਾ ਮਤਲਬ ਹੈਗਾ ਵੀ he feels so good about everything that everything is falling place according to his plans, what he wanted, ਤੇ ਕਈ ਵਾਰੀ ਹੁੰਦਾ ਹੈਗਾ ਬੰਦਾ ਇੱਦਾਂ ਫੀਲ ਕਰਦਾ ਹੈਗਾ ਮੈਂ ਤਾਂ ਜੋ ਕੁਝ ਵੀ ਕਰਦਾ ਇਹ ਤਾਂ ਸਾਰਾ ਕੁਝ ਹੀ ਜਿਹੜਾ ਮੇਰੇ ਅਗੇਂਸਟ ਹੀ ਹੋਈ ਜਾ ਰਿਹਾ ਹੈਗਾ ਵੀ that's what I was calling, when he is
in the Netherlands, in the pit of, underworld, actually, so that's, ਫਿਰ ਮੇਰਾ ਉਹੀ ਸਵਾਲ ਸੀ ਕਿ ਇਹਦੇ ਚ ਕਿਹੜਾ ਅੱਖਰ ਹੈ ਜਿਹੜਾ ਉਹ ਕਹਿੰਦਾ ਵੀ ਉਹ ਥੱਲੇ ਡਿੱਗਦਾ ਥੱਲੇ। Payan. ਤੇ ਫਿਰ ਉੱਥੇ ਵੱਖਰਾ ਕੋਮਾ ਨਹੀਂ ਛੋਟਾ ਕੋਈ ਲਾਉਣਾ? ਨਹੀਂ, ਉਹ ਜਦ ਵੀ ਅਸੀਂ ਗੱਲ ਕਰਦੇ ਹੈਗੇ ਆ ਨਾ, that's a good question actually, ਨਿੰਦ ਚਿੰਦ, ਜਦ ਦੋ ਅੱਖਰ ਆਉਂਦੇ, ਜਦ ਅਸੀਂ ਇੰਗਲਿਸ਼ ਵੀ ਲਿਖਦੇ ਅਸੀਂ ਕਦੀ ਕੋਮਾ ਨਹੀਂ ਪਾਉਂਦੇ, ਉਹਦੇ ਵਿੱਚ ਅਤੇ ਆ ਵਿੱਚ ਐਂਡ ਹੈਗਾ, but you don't put it. But if you have three things, actually you always put comma. And that's the rule I use to actually put the commas in here. Okay? But you are right, don't think about Akash has anything to do with Pyar. Those are two different things. One is way up, the other one is in the pit. Okay? Next. ਕਬਹੂ ਨਿਰਤ ਕਰੇ ਬਹੁ ਭਾਂਤ। ਹੁਣ ਇਹਦੇ ਵਿੱਚ ਸਾਰੇ ਅੱਖਰ ਜਿਹੜੇ ਨਿਰਤ ਦਾ ਮਤਲਬ ਹੁੰਦਾ ਡਾਂਸ, ਸਮਟਾਈਮ, ਕਰੇ, ਹੀ ਪਰਫਾਰਮ, ਬਹੁ, ਮੈਨੀ, ਭਾਂਤ, ਵੇਰੀਅਸ ਕਾਈਂਡਸ ਔਰ ਵੇਰੀਅਸ ਟਾਈਪਸ ਆਫ ਡਾਂਸਿਸ। ਉਹਦਾ ਮਤਲਬ ਹੈਗਾ ਵੀ ਕਈ ਵਾਰੀ ਉਹ ਬਹੁਤ ਖੁਸ਼ ਫਿਰਦਾ, ਨੱਚਦਾ ਫਿਰਦਾ ਹੈਗਾ, ਜਿੱਦਾਂ ਅਸੀਂ ਕਹਿੰਦੇ ਹੈਗੇ ਆ। He's dancing, actually. So he's so happy. Nrit kare bahut paan, and he performs many types of dances, actually. That's the way, actually his soul feels. Kabu soe rahe din raat. ਕਈ ਵਾਰੀ ਹੁੰਦਾ ਹੈਗਾ ਵੀ ਇੰਨਾ ਆਲਸੀ ਹੋ ਕੇ ਪਿਆ ਰਹਿੰਦਾ ਹੈਗਾ ਵੀ ਬਜਾਏ ਵੀ ਦੌੜਾ ਭੱਜਦਾ ਫਿਰਦਾ ਹੈਗਾ, ਉਹ ਰਾਤ ਦਿਨ ਸੁੱਤਾ ਰਹਿੰਦਾ, ਚਾਹੇ ਵਰੀ ਚ ਜਾਂ ਕਾਸੇ ਦੇ ਵਿੱਚ ਇਹ ਕਿ he doesn't care about this life anymore, or sutta rehta. Okay? Kabu mahakrodh vikral. Uncle Ji, Hanji. how do you, like, where in the sentence do you know that it's talking about the soul? Like the Oh, people? Like just that's because where we from started. before? That's Like where just we because started it's with the referring fifth to one. before. ਉਹਦੇ ਵਿੱਚ ਲਿਖਿਆ ਸੀ ਨਾ ਜੀਓ, ਜਿੱਥੇ ਲਿਖਿਆ ਸੀਗਾ ਇੱਦਾਂ ਤੁਸੀਂ ਪਿਛਲੇ 4 ਤੇ ਵੀ ਚਲੇ ਜਾਓ ਕਿ that's what they are talking about. Actually now it continuing unless the subject is changed to something else. Okay. So we are talking about that soul. Okay? Jio, Jeev, Atma. Jeev. Okay? And I told you, this is one thing, when you actually look at the English translation, not looking at Paisal Singh, you will sometimes actually get the wrong interpretation of it, because the way, actually they do it. Because they don't try to actually relate and follow the whole thing, with the same theme. Okay. Kabu, Mahakrodh Vikral. Maha ਦਾ ਬਹੁਤ ਹੁੰਦਾ ਹੈਗਾ ਵੀ ਬਹੁਤ, okay? Krodh, rage, anger, Vikral. Vikral ਹੁੰਦਾ ਕੋਈ ਵੀ terrifying ਹੋਵੇ, horrific. ਹੁਣ ਇਹਦੇ ਨਾਲ ਵਿਕਰਾਲ ਕ੍ਰੋਧ ਦੇ ਨਾਲ ਜਾਂਦਾ ਹੈਗਾ ਵੀ ਉਹ anger which is terrifying, we call it rage sometimes, ਜਿਹਨੂੰ ਅਸੀਂ ਕਹਿੰਦੇ ਹੈਗੇ, that's what it means. ਕਈ ਵਾਰੀ ਇਦਾਂ ਦਾ ਹੋ ਜਾਂਦਾ, ਕਬੂ ਸਰ ਕੀ ਹੋਦਰਵਾ, ਤੇ ਕਈ ਵਾਰੀ ਉਹਦੇ ਵੱਲ ਦੇਖੋ, he's so humble, like he's the dust of everybody's feet. ਹੋਤ ਸਰਬ ਕੀ ਰਵਾਨ, ਤੇ ਸਾਰਿਆਂ ਦੀ ਉਹ ਪੈਰਾਂ ਦੀ ਮਿੱਟੀ ਬਣਿਆ ਹੁੰਦਾ. And that's common. You will see people like that, and that's the way our soul behaves. Uncle Ji, sorry, another question. Is it referring to a singular soul, like the soul of one person does all of these things, or is it a plural souls, like No, the it's souls one of all? soul we are talking about. So because this is a description this is of the one soul, nature- like all of the very many facets of one soul. Right. So what One Guruji is person. talking about is the nature of his soul. What is the nature? For one of person. Aja. Okay. So, okay.
ਕੱਲੇ one person ਲਈ ਨਹੀਂ, a little bit later you will also see that soul may go into something else, other species also. Okay, so keep that in mind. That's why, so keep it to a soul rather than to a person. Kabu hoye behe bar raja. Sometimes it's like he sits like he's the great king. मैं तो सारा कुछ ਹੁਣ ਮੇਰੇ ਹੱਥ ਦੇ ਵਿੱਚ ਹੈਗਾ. He feels that way. ਕਬੂ ਭਿਖਾਰੀ ਨੀਚ ਕਾ ਸਾਜਾ. ਸਾਜਾ ਹੁੰਦਾ ਵੀ ਜਦ whenever he's dressed as something, you know, actually ਭਿਖਾਰੀ ਮੰਗੂ. ਹੁਣ ਉਹਦੇ ਵਿੱਚ ਹੁੰਦਾ ਹੈਗਾ ਵੀ ਭਿਖਾਰੀ ਨੀਚ ਕਾ ਸਾਜਾ. Sometimes he takes the form or just like a very poor person, you know, actually. So ਕਦੀ ਰਾਜਾ ਹੁੰਦਾ, ਕਈ ਵਾਰੀ ਕੰਗਾਲ ਬਣਿਆ ਹੁੰਦਾ ਹੈਗਾ. ਕਬਹੂ ਅਪਕੀਰਤ ਮੈਂ ਆਵੈ. ਅਪਕੀਰਤ ਹੁੰਦਾ ਹੈਗਾ ਜਿਹੜਾ ਬੈਡ ਰੈਪੂਟੇਸ਼ਨ ਹੋਵੇ. ਅਪਕੀਰਤ ਕੀਰਤ ਹੁੰਦੀ ਹੈਗੀ ਆ ਬਈ ਸਲਾਹ, ਸਿਰਫ ਸਲਾਹ. ਤਾਂ ਅਪ ਜਦ ਮੂਹਰੇ ਨਾਲ ਦੇ ਤਾਂ ਉਹਦਾ ਮਤਲਬ ਬੈਡ, ਜਿਹੜੀ ਬੈਡ ਰੈਪੂਟੇਸ਼ਨ. ਹੁਣ ਕਈ ਵਾਰੀ ਬੰਦਾ ਹੁੰਦਾ ਹੈਗਾ, he gains very bad reputation, what he does based on that one. ਤਾਂ ਉਹ ਫਿਰ ਕਈ ਵਾਰੀ ਫੀਲ ਵੀ ਕਰਦਾ ਵੀ ਮੈਂ ਤਾਂ ਬਹੁਤ ਮੰਦਾ ਬੰਦਾ ਹੈਗਾ, ਮੈਂ ਤਾਂ ਬਹੁਤ ਮਾੜਾ ਬੰਦਾ ਹੈਗਾ. So sometimes the soul feels like that. ਕਿਉਂਕਿ now we are talking about that particular soul. Where the soul comes into, you know, actually that state. ਕਬੂ ਭਲਾ ਭਲਾ ਕਹਾਵੇ. And sometimes he is the one who's called, you know, actually very good person. So ਉਹਨੂੰ ਕਿਹਾ ਜਾਂਦਾ ਹੈਗਾ ਵੀ ਭਲਾ ਕਹਾਵੇ. Okay, ਜਿਉਂ ਪ੍ਰਭ ਰੱਖੈ. ਪਰ ਹੁਣ ਇਹ ਸਾਰਾ ਕੁਝ ਦੱਸ ਕੇ ਵੀ ਹੁਣ ਸੋਲ ਜਿਹੜਾ ਹੈਗਾ, this is the way the soul behaves generally. ਸੋ ਹੁਣ ਕਹਿੰਦੇ ਜਿਉਂ ਪ੍ਰਭ ਰੱਖੈ ਤੇ ਵੀ ਰਹੇ. However, God wants to keep him. That's the way he stays or lives. That's the way he lives. ਗੁਰ ਪ੍ਰਸਾਦ ਨਾਨਕ ਸੱਚ ਕਹੇ. ਇੱਥੇ ਥੋੜਾ ਜਿਹਾ ਨਾ ਵਰਡ ਸੱਚ ਜਿਹੜਾ ਹੈਗਾ ਇਹਨੂੰ ਧਿਆਨ ਨਾਲ ਦੇਖੋ. ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜਿੱਥੇ ਵੀ ਸੱਚ ਆਵੇ ਨਾ, ਦੋ ਤਰ੍ਹਾਂ ਹੁੰਦਾ ਉਹਦਾ. ਪਰ ਜਿੱਥੇ ਇਦਾਂ ਸੱਚ ਆ ਜਾਵੇ ਨਾ, ਜਿੱਥੇ ਚੱਚੇ ਨੂੰ ਔਕੜ ਆ ਗਿਆ ਹੈਗਾ, ਮੋਸਟ ਆਫ ਦਾ ਟਾਈਮ 99% ਆਫ ਦਾ ਟਾਈਮ ਤੁਸੀਂ ਇਹਦੇ ਥਾਂ ਵਰਡ ਵਾਹਿਗੁਰੂ ਲਾ ਦਿਓ ਨਾ, that means the same thing. Okay, so ਜੇ ਹੁਣ ਵਾਹਿਗੁਰੂ ਕਹਿੰਦਾ ਹੈਗਾ ਤਾਂ ਕੀ ਹੁੰਦਾ ਹੈਗਾ? ਸਿਮਰਨ ਕਰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਹਨੂੰ ਵਾਹਿਗੁਰੂ ਨੂੰ ਯਾਦ ਕਰ ਰਿਹਾ ਹੈਗਾ. ਪਰ ਉਹ ਕਦੋਂ ਕਰਦਾ ਹੈਗਾ? ਗੁਰ ਪ੍ਰਸਾਦ. Okay, only with the grace of Guru he does the simran. ਸੋ ਹੁਣ ਦੂਜੀ ਦੇ ਵਿੱਚ ਉਹਨਾਂ ਨੇ ਇਹ ਦੱਸ ਦਿੱਤਾ ਹੈਗਾ ਵੀ ਹਾਂ, ਪਹਿਲੀ ਦੇ ਵਿੱਚ ਦੱਸਿਆ ਵੀ ਉਹਨੂੰ ਆਪ ਹੀ ਮਿਲਾਉਂਦਾ ਹੈਗਾ. ਤਾਂ ਹੁਣ ਉਹ ਸੋਲ ਜਿਹੜਾ ਹੈਗਾ ਇਹਦੇ ਵਿੱਚ ਦੱਸ ਦਿੱਤਾ ਵੀ ਉਹ ਸਿਮਰਨ ਕਰਨ ਦੀ ਲੱਗ ਪੈਂਦਾ ਹੈਗਾ. ਪਰ ਸਭ ਕੁਝ ਹੈਗਾ ਜਿਹੜਾ ਉਹਦੇ ਹੱਥ ਆ, ਵੀ ਬੰਦਾ ਆਪ ਨਹੀਂ ਕਰ ਸਕਦਾ ਹੈਗਾ. ਐਵਰੀਥਿੰਗ ਇਜ਼ ਇਨ. ਗੁਰੂ ਨੂੰ ਪਹਿਲਾਂ ਮਿਲਾਊਗਾ. ਇਹ ਵੀ ਬਹੁਤ ਥਾਂ ਤੇ ਆਉਂਦਾ ਹੈਗਾ. ਆਪਾਂ ਆਲਰੇਡੀ ਵੀ ਹੈਵ ਸੀਨ ਦੈਟ. ਗੁਰੂ ਵੀ ਆਪ ਹੀ ਨਹੀਂ ਅਸੀਂ ਟੋਲ ਸਕਦੇ ਹੈਗੇ. ਜੇ ਵਾਹਿਗੁਰੂ ਨੇ ਮਿਲਾਉਣਾ ਤਾਂ ਸਾਨੂੰ ਗੁਰੂ ਮਿਲਦਾ ਹੈਗਾ, ਅਦਰਵਾਈਜ਼ ਵੀ ਕਹਿਣਾ. ਜੇ ਗੁਰੂ ਮਿਲਿਆ ਨਹੀਂ ਤਾਂ ਪ੍ਰਸਾਦ ਕਿੱਥੋਂ ਆਉਣਾ ਹੈਗਾ, ਤਾਂ ਉਹਦੀ ਗ੍ਰੇਸ ਕਿੱਥੋਂ ਆਉਣੀ ਹੈਗੀ ਆ. ਸੋ ਇਟ ਸਟਿਲ ਗੋਜ਼ ਵਿਦ ਦ ਫਸਟ ਵਨ, ਜਿਹਨੂੰ ਮੈਂ ਬੇਟਾ ਕੰਮ ਕਰਾਉਣ ਵਾਲਾ ਜਿਹੜਾ ਹੈਗਾ ਨਾ, ਸਭ ਕੁਝ ਉਹਦੇ ਹੱਥ ਦੇ ਵਿੱਚ. So kaha, is that supposed to be with the lama? It should be, and I don't know why, you know, actually ਮੈਂ ਵੀ ਇਹੀ ਦੇਖ ਰਿਹਾ ਸੀਗਾ. It should have been, you know, with both. I think it is Sach the ka right hai. one. Huh? Maybe that's just a typo. Yeah, Because I think in the bead. ਇਹ it's ਤਾਂ like ਮੇਰੀ this. ਆਪਣੀ ਮੈਨੂੰ ਲੱਗਦਾ ਹੈਗਾ ਵੀ ਜਿੱਥੇ ਕਿਤੇ ਹੈਗਾ ਨਾ ਵੀ I think, you know, it's just where I have, you know, the
ਕਿਉਂਕਿ ਰਹਿ ਕਹੇ ਨਹੀਂ ਹੋ ਸਕਦਾ ਹੈਗਾ, ਕਹਿ ਹੋਣਾ ਹੈਗਾ, ਕਿਉਂਕਿ ਰਾਈਮਸ ਵਿਦ ਇਟ। ਥੱਲੇ ਸੱਚ ਕਹੇ ਤੇ ਦਲਾਵਾਂ ਪਾਈਆਂ ਹੋਈਆਂ। ਹਾਂ ਮੈਂ ਉੱਥੇ ਥੱਲੇ ਦਲਾਮਾਂ ਪਾਈਆਂ ਵੀ ਜਿੱਦਾਂ ਇਹ ਕਹਿ ਰਹੇ। ਸੋ ਮੇਰੀ ਆਪਣੀ ਕਿਉਂਕਿ ਨਾ ਜਦ maybe you guys can help me on this one. Actually when I'm preparing these slides, I split the screen and the words become so small and typical mistakes are, you know, actually ਜਿੱਥੇ ਬੱਬਾ ਪਾਇਆ ਇਹਦੇ ਥਾਂ ਪੱਪਾ ਪੈ ਜਾਣਾ। Whenever I, you know, actually go to the next word, ਜਿੱਥੇ ਕਿਤੇ ਵੀ ਕੱਕਾ ਪਾਇਆ ਹੈਗਾ ਉੱਥੇ ਖੱਖਾ ਪੈ ਜਾਣਾ, ਜਿੱਥੇ ਸੱਸਾ ਪਾਇਆ ਉਹਦੇ ਸੱਸੇ ਪੈਰ ਬਿੰਦੀ ਲਾ ਦੇਣੀ ਹੈ। ਉਹ ਆਟੋ ਕਰੈਕਟ ਆਫ ਕਰਨਾ ਪੈਣਾ। ਆਟੋ ਕਰੈਕਸ਼ਨ ਆਫ ਕਰਕੇ ਹਾਂਜੀ। ਸੋ ਆਈ ਗਾਟ ਟੂ ਡੂ ਸਮਥਿੰਗ। ਤੂੰ ਮੈਨੂੰ ਕਿਤੇ ਦਿਖਾ ਲਈ ਤਾਂ ਫਿਰ ਮੈਂ ਆਲ ਡੂ ਦੈਟ, ਕਿਉਂਕਿ ਨਾ ਇਹ ਮੈਨੂੰ ਜਿਹੜਾ ਹੈਗਾ ਹੁਣ ਮੈਂ ਪਤਾ ਕੀ ਕਰਦਾ, ਆਈ ਟਰਾਈ ਟੂ ਡੂ ਵਾਟ ਹੀ ਇਜ਼ ਡੂਇੰਗ ਅਪ ਹੀਅਰ, then I go in there, ਪਰ ਜੇ ਮੈਂ ਇਦਾਂ ਕਰ ਲਿਆ ਤਾਂ I can't correct it, I got to go back to that one and then find it where it was, you know, then correct it. ਤਾਂ ਇਹਨਾਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਵੀ ਜਿਸ ਹਿਸਾਬ ਨਾਲ ਮੈਂ ਕਰਦਾ ਹੁੰਦਾ। ਪਹਿਲਾਂ ਤਾਂ ਮੈਂ ਜਸਟ I go through it, I write down all the meaning etc, ਜੋ ਕੁਝ ਵੀ ਟਾਈਪ ਕਰਨਾ ਕਰ ਲਿਆ। ਤਾਂ ਜਿੱਦਣ ਫਿਰ ਮੈਂ ਟੀਚ ਕਰਨਾ ਹੁੰਦਾ ਉਦੋਂ ਸਵੇਰ ਨੂੰ ਉੱਠ ਕੇ ਤਾਂ then I actually prepare my notes etc, what am I going to ਸੋ ਫਿਰ ਇਸ say. ਲਾਈਨ ਦਾ ਕੀ ਮਤਲਬ ਆ? ਗੁਰਪ੍ਰਸਾਦ ਨਾਨਕ ਸੱਚ ਕਹੇ, ਨਾਨਕ ਸੱਚ ਕਹੇ ਨਾ ਨਾਨਕ ਨੇ ਉਹਦੇ ਕੌਮਾ ਪਾਇਆ ਕੀ ਆ ਨਾਨਕ ਤੇ ਦੇ ਨਾਨਕ ਹੇ ਨਾਨਕ ਕੌਣ ਸੱਚ ਕਹਿ ਰਿਹਾ? ਸੋਲ ਦੀ ਗੱਲ ਹੋ ਰਹੀ ਆ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਨਾ ਵੀ ਉਹ ਸਿਮਰਦਾ ਉਦੋਂ ਹੀ ਆ, ਓਕੇ, ਜਦੋਂ ਉਹਦੇ ਤੇ ਗੁਰੂ ਦੀ ਮਿਹਰ ਹੁੰਦੀ ਹੈਗੀ ਆ। ਦੈਟਸ ਵੈਨ ਹੀ ਐਕਚੁਅਲੀ ਡਸ ਦ ਸਿਮਰਨ, ਓਕੇ। ਜੇ ਹੁੰਦਾ ਨਾਨਕ ਸੱਚ ਕਹਿ ਰਿਹਾ ਤੇ ਕੱਕੇ ਨੂੰ ਔਂਕੜ ਲੱਗਣਾ ਸੀਗਾ ਤਾਂ ਇੱਥੇ ਜਿਹੜਾ ਸੀਗਾ ਉਹ ਕੌਮਾ ਨਹੀਂ ਸੀ ਮੈਂ ਪਾਉਣਾ, ਤਾਂ ਮੈਂ ਛੋਟਾ ਕੌਮਾ ਪਾਇਆ ਨਾਨਕ। ਨਹੀਂ, ਪਹਿਲੀ ਲਾਈਨ ਕਹਿੰਦੀ ਜਿਉਂ ਪ੍ਰਭ ਰਾਖੇ ਤੇ ਵੀ ਰਹੇ, ਰਹਿਣਾ ਤਾਂ ਉਦਾਂ ਜਿੱਦਾਂ ਪ੍ਰਭੂ ਰੱਖ ਰਿਹਾ ਸੀ, ਆਹੋ ਤੇ ਫਿਰ ਅੱਗੇ ਪ੍ਰਭੂ ਦੀ ਗੱਲ ਨਹੀਂ ਹੋ ਰਹੀ। ਹਾਂ ਨਹੀਂ, ਪ੍ਰਭੂ ਦੀ ਹੋ ਰਹੀ ਆ। ਜੇ ਤੋਂ ਸਿਮਰਨ ਵੀ ਪ੍ਰਭੂ ਨੇ ਕਰਾਉਣਾ ਹੈਗਾ, ਗੁਰੂ ਦੀ ਮਿਹਰ ਦੇ ਸਦਕਾ ਤੁਹਾਨੂੰ ਨੇ ਸਿਮਰਨ ਕਰਾਉਣਾ ਹੈਗਾ। ਉਹਦਾ ਤੁਸੀਂ ਸਿਮਰਨ ਨਹੀਂ ਕਰ ਸਕਦੇ, ਤਾਂ ਹੀ ਤਾਂ ਮੈਂ ਉਹਦੇ ਉੱਤੇ ਥੋੜਾ ਜਿਹਾ ਟਾਈਮ ਲਾਇਆ ਸੀਗਾ ਵੀ ਗੁਰੂ ਨੂੰ ਵੀ ਉਹ ਮਿਲਾਉਂਦਾ, ਉਹੀ ਮਿਲਾਉਂਦਾ ਹੈਗਾ, ਉਹਦੀ ਮਿਹਰ ਹੁੰਦੀ ਹੈਗੀ ਆ। ਤਾਂ ਜੇ ਉਹਨੂੰ ਜੇ ਚੰਗਾ ਲੱਗੇ ਤਾਂ ਹੀ ਤੁਹਾਨੂੰ ਗੁਰੂ ਮਿਲਾਉਣਾ, ਨਹੀਂ ਤਾਂ ਤੁਹਾਨੂੰ ਗੁਰੂ ਨਹੀਂ ਮਿਲ ਸਕਦਾ, ਓਕੇ। ਇੱਕ ਜਿਹੜਾ ਜੀ ਇਹਦੇ ਚ ਜੀਵ ਆਤਮਾ ਲਈ ਜਾਂ ਜੋ ਵੀ ਉਹਦੇ ਵਿਹਾਰ ਦੱਸਿਆ ਗਿਆ ਹੈ, ਵੀ ਕਦੇ ਭਿਖਾਰੀ ਹੈ, ਕਦੇ ਰਾਜਾ ਹੈ, ਕਦੇ ਊਚ ਹੈ, ਕਦੇ ਨੀਚ ਹੈ, ਇਹ ਇੱਕ ਸਿੰਗਲ ਲਈ ਜਾਂ ਪਲੂਰਲ ਲਈ ਵੀ ਆਮ ਜਰਨਲ ਵੀ ਉਹਦੇ ਤੇ ਲੱਗ ਸਕਦਾ, ਇਕੱਲੇ ਲਈ ਵੀ ਲੱਗ ਸਕਦਾ ਵੀ ਇਕੱਲਾ ਹੀ ਕਦੇ ਤਾਂ ਭਿਖਾਰੀ ਬਣ ਜਾਂਦਾ, ਕਦੇ ਰਾਜਾ ਬਣ ਜਾਂਦਾ। ਇੱਥੇ ਜਿਹੜਾ ਵੀ ਕੀਤਾ ਹੈਗਾ ਨਾ ਇਸ ਐਡਰੈਸਡ ਐਜ਼ ਅ ਸਿੰਗੂਲਰ, ਪਰ ਹੁਣ ਤੁਸੀਂ ਆਪ ਹੀ ਦੇਖੋ, ਜਦ ਮੈਂ ਕਿਹਾ ਸੀਗਾ ਇੱਥੇ ਕੌਣ ਬੰਦਾ ਹੈਗਾ ਵੀ ਜਿਹੜਾ ਕਹਿੰਦਾ ਵੀ ਆਈ ਡੋਂਟ ਗੋ ਥਰੂ ਦਿਸ ਵਨ, ਇਟ ਅਪਲਾਈਜ਼ ਟੂ ਐਵਰੀਬਾਡੀ, ਓਕੇ। ਪਰ ਗੁਰੂ ਸਾਹਿਬ ਨੇ ਜਦ ਐਡਰੈਸ ਕਰ ਦਿੱਤਾ ਵੀ ਸੋਲ ਦੀ ਨੇਚਰ ਆ, ਸੋਲ ਦਾ ਬਿਹੇਵੀਅਰ ਆ ਹੁੰਦਾ ਹੈਗਾ, you are a soul, I'm a soul, so it applies to all the souls, you know, so applies to everybody. ठीक है, और कोई सवाल तो नहीं रह गया? No question? Maybe someone So else. you were out, I already answered it. No, no, go ahead. The Sach Kaha, how do you know that that's like doing Simran versus something like telling the truth or what, like, That's what I Such was for- trying to did you make already that say that? point, you know, actually what happens is, typically, jad bhi kite bhi sach aaya na, 99% of the time, you know, it refers to Vaheguru, oh, not the truth? Okay. not to the truth. Okay. ਹਾਂ ਕਿਤੇ ਨਾ ਕਿਤੇ ਜਾਣੀ ਵੀ ਟਰੂਥ ਵੀ ਜਿੱਥੇ ਲਿਖਣਾ ਹੈਗਾ ਨਾ, ਉੱਥੇ ਵੀ ਜਿਹੜਾ ਹੈਗਾ ਨਾਨਕ ਸੱਚ ਹੈ ਵੀ ਸੱਚ, ਹੋਸੀ ਸੱਚ, ਉੱਥੇ ਵੀ ਉਹ ਵਾਹਿਗੁਰੂ ਨੂੰ ਰਿਫਲੈਕਟ ਕਰ ਰਹੇ ਹੈਗੇ, ਨਾਟ ਟੂ ਦਾ ਟਰੂਥ। ਤਾਂ ਤੈਨੂੰ ਔਕੜ ਹੋਊਗਾ ਹਮੇਸ਼ਾ, ਕਿਤੇ ਨਹੀਂ ਆਜੂਗਾ, ਪਰ ਕਈਆਂ ਥਾਂ ਦੇ ਉੱਤੇ ਆ ਸਕਦਾ ਹੈਗਾ ਵੀ ਜਿੱਥੇ ਟਰੂਥ ਦਾ ਵੀ ਹੈਗਾ, ਬਟ ਆਈ ਡੋਂਟ ਰਿਮੈਂਬਰ ਦਾ ਐਨੀ ਲਾਈਨ, ਯੂ ਨੋ, ਬਟ ਦੈਟਸ ਵਾਈ ਆਈ ਸੈਡ 99%, if you substitute ਵਾਹਿਗੁਰੂ for it, and it means the same thing. ਪਰ ਫਿਰ ਉੱਥੇ ਔਂਕੜ ਨਹੀਂ ਹੋਊਗਾ, ਹਾਂ ਉੱਥੇ ਵੀ ਸੱਚ ਦੇ ਹੇਠਾਂ ਔਂਕੜ ਨਹੀਂ ਹੋਊਗਾ। ਨਹੀਂ, ਹਮੇਸ਼ਾ ਔਕੜ ਹੋਊਗਾ ਉੱਥੇ ਵੀ। ਟਰੂਥ ਦੀ ਗੱਲ ਜਦੋਂ ਹੋ ਰਹੀ ਹੈ। ਹਾਂ, ਉੱਥੇ ਵੀ ਸੱਚ ਦੇ ਥੱਲੇ ਔਕੜ ਹੋਊਗਾ, ਓਕੇ। ਤੇ ਪਰ ਦੋ ਤਰ੍ਹਾਂ ਸੱਚ ਲਿਖਿਆ ਮਿਲਦਾ ਹੈਗਾ ਤੁਹਾਨੂੰ ਗੁਰਬਾਣੀ ਦੇ ਵਿੱਚ,
as a matter of ਚੌਂਕੜ ਤੋਂ ਬਗੈਰ ਤਾਂ ਮੈਨੂੰ I don't recall any place I have seen it. Okay? ਇੱਕ ਇਦਾਂ ਲਿਖਿਆ ਹੋਣਾ ਹੈਗਾ, ਇੱਕ ਇਦਾਂ ਲਿਖਿਆ ਹੋਣਾ। ਸੱਚ ਕੀ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਹੈ ਸੱਚ ਕੀ ਬੇਲਾ ਸੱਚ ਸੁਣਾਈ ਸੀ ਜਿਹੜੀ ਉਹ ਫਿਰ ਵਿੱਚ ਪ੍ਰੈਪੋਜੀਸ਼ਨ ਹੈਗੀ ਨਾਲ ਉਹਦੇ। ਓਕੇ ਹੁਣ ਉਹੀ ਚੱਲ ਰਿਹਾ, ਸੇਮ ਥੀਮ ਸੇਮ ਥਾਟ। ਕਬੂ ਹੋਏ ਪੰਡਤ ਕਰੇ ਬਖਿਆਰ। ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈਗਾ ਵੀ ਵੀ ਆਰ ਸਟਿਲ ਟਾਕਿੰਗ ਅਬਾਊਟ ਸਿੰਗਲ ਪੰਡਤ। ਪੰਡਤ ਕੌਣ ਹੁੰਦਾ ਹੈਗਾ? ਗੁਰਬਾਣੀ ਦੇ ਕਹਿਣ ਨਾਲ ਅਸੀਂ ਆਲਰੇਡੀ ਵੀ ਹੈਵ ਆਲਰੇਡੀ ਗੋਨ ਥਰੂ ਇਟ। ਓਕੇ, ਅਸੀਂ ਪੰਡਤ ਉਹਨੂੰ ਕਿਹਾ ਹੈਗਾ ਵੀ ਜਿਹੜਾ ਗੁਰਮੁਖ ਬਣ ਜਾਵੇ ਐਕਚੁਅਲੀ। ਸੋ ਇਹਦੇ ਵਿੱਚ ਉਹ ਕਹਿ ਰਿਹਾ ਵੀ ਇਹਦੇ ਵਿੱਚ ਉੱਦਾਂ ਉਹਨਾਂ ਨੇ ਕਿਹਾ ਹੈਗਾ ਵੀ ਪੰਡਤ ਵੀ ਕੋਈ ਵੀ ਸਕਾਲਰ ਜਿਹੜਾ ਹੈਗਾ ਪੰਡਤ ਵਿਦਵਾਨ ਬਣ ਕੇ, ਵਿਦਵਾਨ ਦਾ ਮਤਲਬ ਹੁੰਦਾ ਹੈਗਾ ਓਕੇ, ਜਿਹੜਾ ਵਾਹਿਗੁਰੂ ਦਾ ਵਿਦਵਾਨ ਹੈਗਾ, ਵਾਹਿਗੁਰੂ ਦਾ ਜਿਹਨੂੰ ਕੰਪਲੀਟ, ਉਹਨੂੰ ਵੀ ਪੰਡਤ ਕਹਿੰਦੇ ਹੈਗੇ ਆ। ਜਿੱਦਾਂ ਜੇ ਕੋਈ ਕਿਸੇ ਹੋਰ ਫੀਲਡ ਦੇ ਵਿੱਚ ਵੀ ਜਿਹੜਾ ਸੀਗਾ ਉਹਨੇ ਆਪਣਾ ਜਾਨੀ ਮਾਹਰ ਹੋਇਆ ਹੈਗਾ, PhD ਕੀਤੀ ਆ, ਉਹ ਵੀ ਉਸ ਚੀਜ਼ ਦਾ ਪੰਡਤ ਹੈਗਾ ਯੂ ਨੋ। So ਕਬੂ ਹੋਏ ਪੰਡਤ ਕਰੇ ਬਖਿਆਲ। Sometimes he becomes actually a scholar and lectures. Lectures. Okay? ਇਹ ਜਿਹੜਾ ਪੰਡਤ ਲਫ਼ਜ਼ ਹੈ ਜੀ, ਇਹ ਅੰਗਰੇਜ਼ੀ ਨੇ ਵੀ ਅਡਾਪਟ ਕੀਤਾ ਹੈ, ਹਾਂ ਇੰਗਲਿਸ਼ ਨੇ ਵੀ ਅਡਾਪਟ ਕਰ ਲਿਆ। ਪਿੱਛੇ ਨਿਊਜ਼ ਪੜ੍ਹੀ ਹੈ ਨਾ, ਲਿਖਿਆ ਬਹੁਤ ਸਾਰਾ ਤੇ ਜਿੱਦਾਂ ਗੁਰੂ ਇਹ ਵੀ ਜਾਨੀ ਪੰਡਤ ਵੀ ਜਿਹੜਾ ਇਟਸ ਜਾਨੀ ਓਕੇ। ਬਖਿਆਨ ਦਾ ਐਕਚੁਅਲੀ ਤਾਂ ਮਤਲਬ ਹੁੰਦਾ ਹੈ ਵੀ ਕਿਸੇ ਚੀਜ਼ ਨੂੰ ਵੀ ਬੋਲਣਾ। ਕੰਮ ਸੋ ਲੈਕਚਰ ਕਰਨਾ ਜਾਂ ਸਪੀਕਿੰਗ ਜਾਂ ਕੋਈ ਵੀ ਸਰਮਨ ਦੇਣਾ, ਇਹਦੇ ਵਿੱਚ ਕਈ ਇੱਦਾਂ ਵੀ ਕਹਿ ਦੇਣਗੇ ਵੀ ਲਿਖ ਦੇਣਗੇ ਵੀ ਕਦੀ ਉਹ ਪੰਡਤ ਬਣ ਕੇ ਤਾਂ ਵੇਦਾਂ ਤਾਂ ਸ਼ਾਸਤਰ ਸਿਮਰਤੀਆਂ ਦਾ ਵਿਖਿਆਨ ਕਰਦਾ ਹੈਗਾ। ਬਟ ਇਟ ਮੀਨਸ ਦ ਸੇਮ ਥਿੰਗ ਦੈਟ ਹੀ ਇਜ਼ ਥਿੰਕਿੰਗ ਦੈਟ ਹੀ ਇਜ਼ ਦ ਵਿਦਵਾਨ, ਹੀ ਇਜ਼ ਦ ਸਕਾਲਰ and then he gives lecture. Okay? Kabuhu montari lavetyan. So sometimes he becomes completely silent. He becomes a montari. It's a noun. The one who has taken a vow to become silent. He's not going to speak anymore. ਇਹ ਆਪਣੇ ਤਾਂ ਹੀ ਆਪਾਂ ਪਹਿਲੀ ਪੌੜੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਜਦ ਅਸੀਂ ਕਰਦੇ ਆਏ ਚੁੱਪੇ ਚੁੱਪ ਨਾ ਹੋਵੇ ਜੇ ਲਾਇਰਾ ਲਤਾ, ਉਹ ਕਹਿੰਦੇ ਵੀ ਇਫ ਯੂ ਐਕਚੁਅਲੀ ਟੇਕ ਅ ਵਾਓ ਟੂ ਸੇ ਦੈਟ ਮੈਂ ਹੁਣ ਮੂੰਹ ਤੋਂ ਬੋਲਣਾ ਨਹੀਂ ਹੈਗਾ, ਯੂ ਕੈਨ ਨਾਟ ਐਕਚੁਅਲੀ ਆਪਣੇ ਮਨ ਨੂੰ ਚੁੱਪ ਨਹੀਂ ਕਰਾ ਸਕਦੇ, ਯੂ ਕੈਨ ਨਾਟ ਡੂ ਦੈਟ। ਗੁਰੂ ਸਾਹਿਬ ਕਹਿੰਦੇ ਹੈਗੇ ਉਹੀ ਤਕਰੀਬਨ ਇੱਥੇ ਮੀਨਿੰਗ ਆ ਰਿਹਾ ਹੈਗਾ ਵੀ ਕਈ ਇੱਦਾਂ ਦੇ ਹੈਗੇ ਆ ਵੀ ਜਿਹੜੇ ਮੋਨਧਾਰੀ ਬਣ ਕੇ ਉਹ ਧਿਆਨ ਲਾਉਂਦੇ ਹੈਗੇ ਆ ਵੀ ਅਸੀਂ ਹੁਣ ਵਾਹਿਗੁਰੂ ਦੇ ਨਾਲ ਧਿਆਨ ਲਾ ਰਹੇ ਹੈਗੇ ਆ ਵੀ ਵੀ ਆਰ ਐਕਚੁਅਲੀ ਮੈਡੀਟੇਟਿੰਗ ਔਨ ਵਾਹਿਗੁਰੂ ਬਾਈ ਡੂਇੰਗ ਦੈਟ ਐਂਡ ਸਮਟਾਈਮਸ ਸੋਲ ਡਜ਼ ਦੈਟ ਓਕੇ। ਕਬੂ ਤਟ ਤੀਰਥ ਇਸਨਾਨ। ਤਟ ਦਾ ਅਸਲੀ ਤਾਂ ਮਤਲਬ ਹੁੰਦਾ ਹੈ ਵੀ ਬੈਂਕ ਆਫ ਏ ਰਿਵਰ ਔਰ ਐਨੀ ਸਟਰੀਮ ਜਿਹਨੂੰ ਉਹਨੂੰ ਕਹਿੰਦੇ ਬੈਂਕ ਤਟ ਓਕੇ। ਕਿਉਂਕਿ ਅੱਗੇ ਜਿੰਨੇ ਵੀ ਤੀਰਥ ਹੁੰਦੇ ਸੀ ਪਿਲਗ੍ਰਿਮੇਜ ਦੀਆਂ ਪਲੇਸਿਸ ਸੀਗੀਆਂ ਨਾ, ਦੇ ਵਰ ਔਨ ਦ ਬੈਂਕਸ ਆਫ ਰਿਵਰ। ਗੇਂਜਸ ਤੇ ਚਲੇ ਜਾਓ, ਗੋਦਾਵਰੀ ਚਲੇ ਜਾਓ, ਜਮਨਾ ਤੇ ਚਲੇ ਜਾਓ, ਕਿਤੇ ਹੋਰ ਚਲੇ ਜਾਓ, ਉਹਨਾਂ ਥਾਂ ਦੇ ਉੱਤੇ ਹੁੰਦਾ ਸੀ ਕਿਉਂਕਿ ਜਿੰਨੇ ਵੀ ਇਹ ਸੇਜ ਵਗੈਰਾ ਸੀਗੇ ਜਾਂ ਮੁਨੀ ਸੀਗੇ ਜਿਆਦਾ ਉੱਥੇ ਜਾ ਕੇ ਬਹਿ ਕੇ ਆਪਣੀ ਭਗਤੀ ਕਰਦੇ ਹੁੰਦੇ ਸੀ। ਸੋ ਦੇ ਬਿਕੇਮ ਐਕਚੁਅਲੀ ਪਲੇਸਿਸ ਆਫ ਵਰਸ਼ਿਪ ਐਟਸੈਟਰਾ। ਸੋ ਇਸੇ ਕਰਕੇ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਇੱਦਾਂ ਦੇ ਵੀ ਬਹੁਤ ਸਾਰੇ ਹੈਗੇ ਆ ਵੀ ਜਿਹੜੇ ਉੱਥੇ ਜਾਂਦੇ ਆ places of pilgrimage and then they take bathe there, they take a bath there actually okay, they bathe at the places of pilgrimage. So ਇੱਥੇ ਮੈਂ ਦੇ ਵਿੱਚ ਲਾਤਾ ਹੈਗਾ ਵੀ ਜਿਹੜੀ ਉਹ ਗੱਲ ਹੋ ਰਹੀ ਹੈਗੀ ਸੋਲ ਦੀ। We are not talking about plural, we are talking about one person. ਕਬੂ ਸਿੱਧ ਸਾਧਕ ਆ ਜਿਹੜਾ ਹੈਗਾ ਪਹਿਲਾਂ ਮੈਂ ਮਿਸਿੰਗ ਸੀਗਾ ਲਾਸਟ ਨਾਈਟ when I was actually doing the review, then I put down in there extra comma in here. This is a big comma, kabhu
Siddh, Sadhak, Mukh Gyan, because there are three things here rather than two. ਤੇ ਕਈ ਵਾਰ ਤਾਂ ਸਿੱਧ ਉਹ ਹੁੰਦਾ who have already achieved his purpose, ਜਿਹਨੇ ਆਪਣੇ ਮਨ ਦੀ ਸਾਧਨਾ ਕਰ ਲਈ ਹੋਵੇ, ਉਹਨੂੰ ਕਹਿੰਦੇ ਸਿੱਧ। ਤਾਂ ਹੀ ਉਹਨੂੰ ਫਿਰ ਸਿੱਧੀਆਂ ਆਉਂਦੀਆਂ ਸਾਰਾ ਕੁਝ ਕਰਨ ਵਾਲੇ ਜਿਹੜੇ ਉਹ ਕਰਦੇ ਹੈਗੇ ਆ ਨਾ, ਉਹਨੂੰ ਕਹਿੰਦੇ ਆ ਕਿ ਅਸਲੀ ਸਿੱਧ ਉਹ ਆ। ਅਸਲੀ ਤਾਂ ਸਿੱਧ ਸਾਡੇ ਲਈ ਗੁਰੂ ਹੀ ਆ। ਠੀਕ ਹੈ। Sadhak, the one who are the seekers of trying to actually get to that state. Okay? ਤੇ ਕਈ ਉਹ ਇੱਦਾਂ ਦਾ ਬਣਿਆ ਹੁੰਦਾ, ਕਈ ਵਾਰੀ ਸਿੱਧ ਬਣਿਆ, ਕਈ ਵਾਰੀ ਉਹ ਸੀਕਰ ਬਣਿਆ, ਮੁੱਖ ਗਿਆਨ, and sometimes he actually imparts the spiritual wisdom from his mouth. ਬਾਕੀਆਂ ਨੂੰ ਦੱਸਦਾ ਹੈਗਾ ਵੀ ਆਹ ਕਰੋ ਤਾਂ ਆਹ ਕਰੋ, ਆਹ ਕਰੋ। That's the way soul reacts. ਹੁਣ ਸੰਗੀਤਾ ਦਾ ਜਿਹੜਾ ਸਵਾਲ ਸੀਗਾ ਵੀ ਪਰਸਨ ਦਾ, ਜਿੱਥੇ ਮੈਂ ਕਿਹਾ ਸੀਗਾ ਵੀ ਡੋਂਟ ਰਿਲੇਟਡ ਟੂ ਪਰਸਨ, ਟੂ ਦਾ ਸੋਲ, ਕਬੂਲ ਕੀਟ, ਸਮਟਾਈਮ ਇਜ਼ ਦ ਵਰਡ, ਦੈਟਸ ਆਲ। ਸਮਟਾਈਮ ਹਸਤ, ਤਾਂ ਤੈਨੂੰ ਸਿਆਰੀ ਆ ਗਈ ਹਾਥੀ, ਹਾਥੀ ਦੀ ਗੱਲ ਹੋਈ ਹੈ, ਐਲੀਫੈਂਟ, ਪਤੰਗ, ਮਾਤ, ਹੋਏ ਜੀਆ, ਵੀ ਉਹ ਜਿਹੜਾ ਜੀ ਹੈਗਾ ਨਾ, ਜੀਵ ਆਤਮਾ ਹੈਗੀ ਆ, it becomes, you know, one of these things. Okay? Yeah. Uncle, is there a reason, like, do these animals or beings have some other connotation in the literature of that time? Like, why pick these three things? Why these things? I mean, like, do they have some other symbolic No meaning? other You know, con- like it Hans just and to Baga actually have a give symbolic you- meaning, or Just to idea that all other species, since you know we talk about transmigration of soul, ਵੀ ਕਿਹੜੇ ਦੇ ਵਿੱਚ ਜਾਣਾ ਹੈਗਾ, ਜਿੱਦਾਂ ਆਪਾਂ ਡਿਸਕਸ ਕੀਤਾ ਵੀ ਸੀਗਾ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ, ਇਹਦੇ ਵਿੱਚ these are just, you know, actually example, ਵੀ ਕਦੀ ਕੁਛ ਬਣ ਜਾਂਦਾ ਹੈਗਾ ਕਿਸੇ ਸਪੀਸੀ ਦੇ ਵਿੱਚ, ਕਦੀ ਕਿਸੇ ਸਪੀਸੀ ਦੇ ਔਰ ਇਹਦਾ ਵਿੱਚ। ਇਹ ਵੀ ਹੋ ਸਕਦਾ ਕਿ ਕੀਟ ਦੇ ਵਿੱਚ ਸਾਰੇ ਕੀੜੇ ਆ ਗਏ, ਹਸਤ ਹਾਥੀ ਦੇ ਨਾਲ ਸਾਰੇ ਪਈ ਜਿਹੜੇ ਚਾਰ ਪੈਰਾਂ ਵਾਲੇ ਤੁਰਨ ਵਾਲੇ, ਤੇ ਪਤੰਗ ਜਿਹੜੇ ਉੜਨ ਵਾਲੇ, ਸਾਰੇ ਕਵਰ ਹੋ ਗਏ ਨਾ। ਆਹ ਪਰ ਫਿਰ ਹੁਣ ਪੱਥਰ ਕਿੱਥੇ ਰਹਿ ਗਿਆ, ਤਾਂ ਹੋਰ ਨਹੀਂ ਨਹੀਂ, ਇਹ ਕਹਿੰਦੇ, ਉਹ ਕਹਿੰਦੇ ਵੀ ਇਹ ਤਿੰਨ ਦਰਖਤ ਕਿਉਂ- ਕਿੱਥੇ ਰਹਿ ਗਿਆ। ਉਹ ਕਹਿੰਦੇ ਵੀ ਜਾਨਵਰਾਂ ਚੋਂ ਤਿੰਨ ਕਿਉਂ ਜ਼ਰੂਰੀ ਸਿਰਫ ਪਿਕ ਕੀਤੇ ਵੀ, ਬਾਕੀ ਕਿਉਂ ਨਹੀਂ ਕੀਤੇ? ਮੈਂ ਕਿਹਾ ਵੀ ਬਿਕੋਜ਼ ਆਫ ਕੁਡ ਬੀ। ਇਹ ਵੀ ਨਹੀਂ ਲੱਗਦਾ ਜਿਵੇਂ ਹੁਣ ਪਹਿਲਾਂ ਗੱਲ ਹੋਈ ਸੀਗੀ ਵੀ ਮੌਨਧਾਰੀ ਤੇ ਜਦੋਂ ਬੋਲਣ ਵਾਲਾ ਆਪੋਜ਼ਿਟ ਹੋ ਗਏ, ਤਾਂ ਕੀਟ ਹੋ ਗਿਆ ਛੋਟਾ ਜਿਹਾ ਤੇ ਹਾਥੀ ਸਭ ਤੋਂ ਵੱਡਾ, ਇੱਕ ਤਰ੍ਹਾਂ ਦੇ ਆਪੋਜ਼ਿਟ, ਔਰ ਜਿਵੇਂ ਐਕਸਟ੍ਰੀਮ ਲਏ ਨੇ ਸਾਰੀਆਂ ਐਗਜ਼ਾਮਪਲਾਂ 'ਚ ਪਿੱਛੋਂ ਆਉਂਦੇ ਹੋਏ ਸਾਰਿਆਂ ਦੇ। ਉਹਦੇ ਵਿੱਚ ਜਾਣੀ ਇਹਦੇ ਵਿੱਚ ਥੋੜਾ ਜਿਹਾ ਇਹ ਇੱਕ ਇੰਡੀਕੇਸ਼ਨ ਆ ਜਾਂਦੀ ਹੈਗੀ ਆ ਵੀ ਸੋਲ ਚਾਹੇ ਉਹ ਛੋਟੀ ਤੋਂ ਛੋਟੀ ਚੀਜ਼ ਦੇ ਵਿੱਚ ਹੈਗਾ, ਚਾਹੇ ਵੱਡੀ ਤੋਂ ਵੱਡੀ ਚੀਜ਼ ਦੇ ਵਿੱਚ ਹੈਗਾ, ਚਾਹੇ ਕਿਸੇ ਤਰ੍ਹਾਂ ਦਾ ਵੀ, ਚਾਹੇ ਉੜਨ ਵਾਲਿਆਂ ਦੇ ਵਿੱਚ ਹੈਗਾ, ਚਾਹੇ ਜਾਨਵਰਾਂ ਦੇ ਵਿੱਚ ਹੈਗਾ, ਚਾਹੇ ਕਿਸੇ ਦੇ ਕਿੱਦਾਂ ਦੇ ਵਿੱਚ ਚੀਜ਼ 'ਚ ਹੈਗਾ, ਵੀ ਉਹ ਸਾਰਿਆਂ ਦੀ ਇਹ ਗੱਲ ਹੋ ਰਹੀ ਹੈਗੀ ਆ ਵੀ goes into those species, you know. Okay, that's all it says. and that hoi jia part means goes into? ਜੀ ਆ ਮਤਲਬ ਹੈਗੇ ਜਿਹੜੇ ਜੀਵ ਹੈਗੇ ਆ, ਜੀ ਆ ਵੀ ਜੀਆਂ ਦੇ ਵਿੱਚ ਜਿਹੜਾ ਸੋਲ ਹੈਗਾ, ਜੀ ਐਨੀਥਿੰਗ ਦੈਟ ਹੈਜ਼ ਅ ਸੋਲ ਇਨ ਇਟ, ਯੂ ਨੋ ਦੈਟ, ਸੋ ਥੀਸ ਆਰ ਆਲ ਜੀਆ, ਕੀਟ ਜੀਆਂ, ਇਹ ਹੁਣ ਸਾਰੇ ਪਲੂਰਲ ਆ, living things. everything is, you know, actually plural in here. Okay? ਹੁਣ ਅਗਲੀ ਵਾਰ ਦੇ ਵਿੱਚ ਉਹਨਾਂ ਨੇ ਹੋਰ ਵੀ, ਤਾਂ ਹੀ ਮੈਂ ਦੱਸਿਆ ਵੀ ਦੋ ਹੀ ਲਾਈਨਾਂ ਇਕੱਠੀਆਂ ਪੜ੍ਹਿਆ ਕਰੋ, ਤਾਂ ਅਗਲੀ ਲਾਈਨ 'ਚ ਹੋਰ ਵੀ ਯਾਨੀ ਕਲੀਅਰ ਕਰ ਦਿੱਤਾ ਹੈਗਾ, ਅਨਕ ਜੋਨ ਭਰਮੈ ਭਰਮੀਆ। ਜਦ ਮੈਂ ਥੋੜਾ ਜਿਹਾ ਕਲੀਅਰ ਕਰ ਦਵਾਂ, ਭਰਮੈ ਦਾ ਮਤਲਬ ਹੁੰਦਾ ਹੈਗਾ ਵੀ ਵਾਂਡਰਸ ਅਰਾਊਂਡ, roams about, you know. ਭਰਮੀਆ ਹੁੰਦਾ ਹੈਗਾ ਜਿਹੜਾ ਪੁਆਇਆ ਜਾਵੇ। Okay, so here it is the anak zone, the many species, ਇਹ ਜਿਹੜੀ ਜੀਵ ਹੈਗੇ ਆ, ਜੀਵ ਆਤਮਾ ਹੈਗੀ ਆ, it goes into many species, okay, in accordance with the God's hukum. ਪਰਮੀਆ, ਕਿਉਂਕਿ ਉਹਨੇ ਪਰਮਾਇਆ ਆ, he is the one
who put you in that cycle of death and birth. ਪਰ ਮੈਂ ਤੁਹਾਨੂੰ ਇਹਦੇ ਵਿੱਚ ਜਦ ਪ੍ਰੈਜੈਂਟੇਸ਼ਨ ਵੀ ਦਿੱਤੀ ਸੀਗੀ, ਇਹਦਾ ਮਤਲਬ ਇਹ ਨਹੀਂ ਹੋ ਵੀ ਹੁਣ ਉਹਨੇ ਜਾਣ ਕੇ ਤੁਹਾਨੂੰ ਕੀੜਿਆਂ ਦੇ ਵਿੱਚ ਪਾਇਆ ਆ, ਜਾਣ ਕੇ ਤੁਹਾਨੂੰ ਪੱਥਰ ਜਾਂ ਬਣਾਤਾ ਹੈਗਾ। ਐਕਚੁਅਲੀ ਯੂ ਹੈਵ ਅਰਨਡ ਇਟ, ਤੁਹਾਡੇ ਕਰਮਾਂ ਕਰਕੇ। ਉਹਦਾ ਹੁਕਮ ਇਹ ਹੈਗਾ ਵੀ ਜੇ ਤੁਸੀਂ ਇਦਾਂ ਦੇ ਕੰਮ ਕੀਤੇ ਹੈਗੇ ਆ, ਸੋ ਯੂ ਗਾਟ ਗੋ ਇਨਟੂ ਦੈਟ। You can't avoid it, that's the consequence. So ਜਿਹੜੇ ਪਰਮਾਏ ਹੋਏ ਹੈਗੇ, ਪਰਮਾਏ ਉਹਦੇ ਆ, ਹੁਕਮ ਦੇ ਥੱਲੇ ਹੁੰਦੇ ਹੈਗੇ ਆ, but those are your own deeds, you know, how you got into it. Nana roop, nana means many, many, okay? Roop, forms ਜਿਹੜੀਆਂ ਹੈਗੀਆਂ, ਜੋ ਸਵਾਂਗੀ, ਸਵਾਂਗੀ ਹੁੰਦਾ ਹੈਗਾ ਜਿਹੜਾ ਸਵਾਂਗ ਤਾਰੇ, ਜਿੱਦਾਂ ਨਾ ਅੱਗੇ ਕਰ ਦਿੰਦੇ ਰਾਸ ਆਪਣਾ, ਵੀ ਟਾਕ ਅਬਾਊਟ ਇਨ ਆਸਾ ਦੀ ਵਾਰ ਰਾਸ ਪਾਉਂਦੇ ਸੀਗੇ, ਦੇ ਵਿਲ ਡਰੈਸ ਅਪ ਲਾਈਕ ਯੂ ਨੋ ਐਕਚੁਅਲੀ ਕਿੰਗਸ ਔਰ ਗੋਪੀਆਂ ਔਰ ਐਨੀਥਿੰਗ ਆ, ਉਹਨਾਂ ਨੂੰ ਕਹਿੰਦੇ ਸਵਾਂਗ ਤਾਰਨਾ। ਦੇ ਆਰ ਰੀਅਲੀ ਨਾਟ ਦੋਜ਼ ਪੀਪਲ, ਬਟ ਦੇ ਆਰ ਇਮੀਟੇਟਿੰਗ ਦੋਜ਼ ਪੀਪਲ, ਓਕੇ। ਉਹਨੂੰ ਕਹਿੰਦੇ ਸਵਾਂਗ ਤਾਰਨਾ, ਵੀ ਉੱਦਾਂ ਦਾ ਭੇਖ ਕਰਨਾ, ਉੱਦਾਂ ਦਾ ਡਰੈਸ ਅਪ ਹੋਣਾ, ਦੈਟਸ ਵਾਟ ਸਵਾਂਗ। ਸੋ ਸਿੰਪਲ ਵਰਡ ਇਜ਼ ਐਕਟਰ ਕਹਿ ਲਓ। ਐਕਟਰ ਦਾ ਵੀ ਇਹੀ ਕੰਮ ਹੁੰਦਾ ਵੀ ਜੋ ਕੁਛ ਨਹੀਂ ਹੈਗਾ ਉਹ ਕੁਛ ਉਹਨੇ ਕਰਨਾ ਹੈਗਾ, ਓਕੇ। ਸੋ ਇੱਦਾਂ ਹੀ he comes in many many forms by masquerading himself in those forms, okay, the soul। ਜਿਉਂ ਪ੍ਰਭ ਭਾਵੈ ਤੇ ਮੈਂ ਨਚਾਵੈ। ਹੁਣ ਉਹਦੇ ਵਿੱਚ ਫੇਰ ਇਹਨੂੰ ਕਲੀਅਰ ਬਾਰ-ਬਾਰ ਉਸ ਚੀਜ਼ ਤੇ ਆਉਂਦਾ ਵੀ ਕਾਰਨ ਸਭ ਕਿਸੇ ਦੇ ਸਮਰੱਥ ਜਿਹੜਾ ਹੈ, ਓਨਲੀ ਗਾਡ ਇਜ਼ ਦ ਵਨ, ਐਵਰੀਥਿੰਗ ਹੈਪਨਿੰਗ ਇਨ ਹਿਸ ਹੁਕਮ। ਸੋ ਉੱਥੇ ਫਿਰ ਮੁੜ ਕੇ ਆ ਜਾਂਦਾ ਵੀ ਜਿਉਂ ਪ੍ਰਭ ਭਾਵੇ ਐਜ਼ ਇਟ ਪਲੀਜ਼ਸ ਦ ਗਾਡ, ਤੇ ਮੈਂ ਨਚਾਵਾ। ਨਚਾਉਣ ਦਾ ਮਤਲਬ ਹੁੰਦਾ ਵੀ ਦੈਟਸ ਵਾਟ ਹੀ ਮੇਕਸ ਯੂ ਟੂ ਡੂ। ਕਹਿੰਦਾ ਉਹ ਤਾਂ ਉਹਦੇ ਇਸ਼ਾਰਿਆਂ ਦੇ ਉੱਤੇ ਨੱਚਦਾ ਹੈਗਾ, ਵੀ ਹੀ ਡਾਂਸ ਔਨ ਹਿਸ ਯੂ ਨੋ ਐਕਚੁਅਲੀ saying whatever। ਇੱਦਾਂ ਹੀ ਇਹਦੇ ਵਿੱਚ ਹੈਗਾ ਵੀ ਤਿਵੇਂ ਨਚਾਵੇ, ਵੀ ਜਿਹੜੀ ਵੀ ਤੁਹਾਨੂੰ ਚਾਹੇ ਉਹ ਉਹਨਾਂ ਜੂਨਾਂ ਦੇ ਵਿੱਚ ਪਾਉਂਦਾ, ਚਾਹੇ ਤੁਹਾਨੂੰ ਸਿਹਤ ਬਣਾਉਂਦਾ, ਸਾਧ ਬਣਾਉਂਦਾ, ਕੋਈ ਵੀ ਕਰਦਾ, ਉਹਦੇ ਕਮਾਂਡ ਦੇ ਅੰਡਰ ਹੋ ਰਿਹਾ ਸਭ। ਜੋ ਤਿਸ ਭਾਵੈ ਸੋਈ ਹੋਏ, whatever pleases them, that's what happens। ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਈ। ਫਿਰ ਪਹਿਲੀ ਤੋਂ ਜਿੱਥੋਂ ਅਸੀਂ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਦੂਸਰ ਨਾ ਹੀ ਕੋਈ ਕਿਹਾ ਸੀ ਨਾ, ਕਰਨ ਕਰਾਵਨ ਪ੍ਰਭ ਇਹ ਕਿਹਾ ਦੂਸਰ ਨਾ ਹੀ ਕੋਈ। ਹੁਣ ਇਹਦੇ ਵਿੱਚ ਇਹ ਕਹਿੰਦਾ ਵੀ ਜੋ ਕੁਝ ਵੀ ਹੋ ਰਿਹਾ ਸਭ ਕੁਝ ਉਹ ਤੋਂ ਬਗੈਰ ਕਿਸੇ ਤੋਂ ਨਹੀਂ, ਉਹ ਹੀ ਕਰਵਾ ਰਿਹਾ। ਹੁਣ ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਥਾਟ ਆ, ਇਫ ਯੂ ਐਕਚੁਅਲੀ ਰੀਲੀ think about it more little bit। ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਵਾਹਿਗੁਰੂ ਜਿਹੜਾ ਹੈਗਾ ਉਹੀ ਸਭ ਕੁਝ ਆਪੇ ਆ ਗਿਆ, and we talked about it before। ਇਹਦਾ ਮਤਲਬ ਜਿਹੜਾ ਉਹਨੇ ਖੇਲ ਬਣਾਇਆ, ਉਸ ਖੇਲ ਦੇ ਵਿੱਚ ਸਭ ਕੁਝ ਆਪੇ ਆਪ ਹੀ ਆ, ਆਪੇ ਆਪ ਆ। he is the one, all the soul came from him। ਜਿਹੜਾ ਖੇਲ ਵੀ ਰਚਾਇਆ ਹੈਗਾ ਉਹਦੇ ਵਿੱਚ ਵੀ ਮਗਰੋਂ ਉਹਨੇ ਸਾਰਿਆਂ ਨੂੰ ਰਲਾ ਵੀ ਲੈਣਾ, ਚਾਹੇ ਕੋਈ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ। ਜਿੱਦਣ ਉਹਨੇ ਖੇਲ ਸਮੇਟਣਾ ਹੈਗਾ, then everybody will actually merge back into him, okay। ਸੋ ਇਹਦੇ ਵਿੱਚੋਂ ਇੱਕ ਹੋਰ ਥਾਟ ਜਿਹੜੀ ਉੱਠਦੀ ਹੈਗੀ ਆ ਵੀ ਉਹ ਤੋਂ ਜੋ ਕੁਝ ਵੀ ਹੋ ਰਿਹਾ ਐਕਚੁਅਲੀ ਉਹ ਸਭ ਕੁਝ ਆਪੇ ਆ ਗਿਆ, ਉਹ ਆਪੇ ਹੀ ਕਰ ਰਿਹਾ, ਆਪੇ ਹੀ। ਜਾਨੀ ਉਹ ਕੀਟ ਪਤੰਗੇ ਬਣੇ ਹੋਇਆ, ਆਪ ਹੀ ਉਹ ਬਣਿਆ, ਮੋਹਨਤਾਰੀ ਬਣਿਆ, ਆਪ ਹੀ ਉਹ ਆ ਬਣਿਆ, ਆਪ ਹੀ ਉਹ ਬਣਿਆ, ਉਹਦਾ ਖੇਲ ਬਣਾਇਆ। ਤਾਂ ਹੀ ਜਿਹੜੀ ਉਹ ਚੌਥੀ ਲਾਈਨ ਦੇ ਵਿੱਚ ਆਇਆ ਸੀਗਾ ਨਾ, ਪਰ ਉਹ ਇਹ ਖੇਲ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈਗਾ ਕਿਉਂਕਿ ਉਹਦਾ ਆਪਣਾ ਖੇਲ ਬਣਾਇਆ ਤੇ ਹੀ ਇਜ਼ ਐਕਚੁਅਲੀ ਲੁਕਿੰਗ ਐਟ ਇਟ, ਓਕੇ। ਨੈਕਸਟ ਵਨ, ਲਾਸਟ ਵਨ। ਕਬੂ ਸਾਧ ਸੰਗਤੇ ਪਾਵੈ। ਹੁਣ ਆਇਆ ਅਸੀਂ ਲਾਸਟ ਪਦੇ ਦੇ ਉੱਤੇ। ਉਹ ਸਾਰਾ ਕੁਝ ਦੱਸ ਕੇ ਨਾ ਵੀ ਕੀ ਕਰਨਾ ਕੀ ਨਹੀਂ। ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਮ ਤੌਰ ਤੇ ਸਾਧ ਸੰਗਤ ਇਕੱਠਾ ਲਿਖਿਆ ਹੀ ਆ ਜਾਂਦਾ ਹੈਗਾ, ਪਰ when you actually really look at it and think about it,
what does that mean? ਸਾਧ ਦੇ ਥੱਲੇ ਔਂਕੜ ਨਹੀਂ ਸੀਗਾ ਕਿਉਂਕਿ ਸਾਰੇ ਅੱਖਰ ਤਾਂ ਜੁੜਵੇਂ ਸੀਗੇ। ਜਦ ਸਾਧ ਸੰਗਤ ਲਿਖ ਦਿੱਤਾ ਉਹਦਾ ਮਤਲਬ ਹੋ ਗਿਆ ਔਂਕੜ ਅਡਾਰਤਾ ਸਾਧ ਦੀ ਸੰਗਤ। ਸਾਧ ਮੈਂ ਤੁਹਾਨੂੰ ਕੌਣ ਦੱਸਿਆ ਵੀ ਕੌਣ ਹੁੰਦਾ ਸਾਧ? ਗੁਰੂ, ਗੁਰੂ ਦੀ ਸੰਗਤ। ਸੋ ਜਿਹੜੇ ਗੁਰੂ ਦੀ ਸੰਗਤ ਕਰਨ ਵਾਲੇ ਹੁੰਦੇ ਹੈਗੇ ਉਹ ਕੌਣ ਹੁੰਦੇ ਹੈਗੇ ਆ? They are the ਗੁਰਮੁਖ। We talk about it। ਤਾਂ ਹੀ ਜਦ ਅਸੀਂ ਗੱਲ ਕਰਦੇ ਸੀ, ਚਾਹੇ ਭਗਤ ਦੀ ਗੱਲ ਕਰ ਲਓ, ਚਾਹੇ ਭਗਵਤੀ ਦੀ ਗੱਲ ਕਰ ਲਓ, ਚਾਹੇ ਪਰਸ ਦੀ ਗੱਲ ਕਰ ਲਓ, ਚਾਹੇ ਬ੍ਰਹਮ ਗਿਆਨੀ ਦੀ ਗੱਲ ਕਰ ਲਓ, all these are ਗੁਰਮੁਖ। ਓਕੇ, ਤੇ ਕਈ ਵਾਰੀ ਕਬੂ ਹੁਣ ਇਹਦੇ ਵਿੱਚ ਬਾਕੀ ਸਾਰੇ ਸਾਥ ਕਬੂ ਦਾ ਜਿੱਥੇ ਵੀ ਮੀਨਿੰਗ ਕੀਤਾ ਸੀਗਾ ਉਹਦੇ ਵਿੱਚ ਲਿਖਿਆ ਸੀ ਕਦੇ। ਮੀਨਿੰਗ ਇਜ਼ ਸਟਿਲ ਸੇਮ, ਜਦੋਂ ਕਦੇ ਸਾਧ ਸੰਗਤ ਦੇ ਪਾਵੇ। ਪਰ ਜਦ ਤੁਸੀਂ ਅਸੀਂ ਉਹਦੇ ਵਿੱਚ ਦੂਜੀ ਲਾਈਨ ਨਾਲ ਹੀ ਪੜ੍ਹਦੇ ਆ, ਉਸ ਸਥਾਨ ਤੇ ਬੋਹਰ ਨਾ ਆਵੇ। ਉਹਦੇ ਉੱਤੇ ਉਹਨੇ ਕਹਿ ਰਹਿ ਗਿਆ ਵੀ ਫਰੋਮ ਦੈਟ ਪਲੇਸ he never comes back. Once somebody becomes the Gurmukh, reaches that state, ਚੌਥਾ ਪਦ ਪਾ ਲਿਆ ਹੈਗਾ, ਉਹਦੇ ਤਾਈਂ ਪਹੁੰਚ ਗਿਆ ਹੈਗਾ, he never reverts back to whatever he was before. Now he's in that ਸਾਧ ਸੰਗਤ, ਉਸੇ ਚੌਥੇ ਪਦ ਦੇ ਵਿੱਚ ਰਹਿਣਾ। ਤਾਂ ਹੀ ਫਿਰ ਇਹਦੇ ਵਿੱਚ ਉਹਦੇ ਮੂਹਰੇ ਲਾਤਾ ਵੀ ਜਦੋਂ ਕਦੋਂ ਪਹਿਲਾਂ ਤਾਂ ਕਦੀ ਕੀੜਿਆਂ ਵਾਂਗ ਤੁਰਦਾ ਪਿਆ, ਕਦੀ, ਪਰ ਜਦ ਇੱਕ ਵਾਰੀ ਗੁਰਮੁਖ ਬਣ ਗਿਆ, once he becomes Gurmukh, then what happens? He never actually reverts back to his previous position. Okay? ਅੰਤਰ ਹੋਏ ਗਿਆਨ ਪ੍ਰਕਾਸ਼। ਸਾਧ ਸੰਗਤ ਪਾਈ, ਗਿਆਨ ਕਿੱਥੋਂ ਮਿਲਦਾ? ਗੁਰੂ ਤੋਂ। ਗਿਆਨ ਤਾਂ ਤੁਹਾਨੂੰ ਗੁਰੂ ਤੋਂ ਹੀ ਮਿਲਦਾ, ਹੋਰ ਕਿਤੇ ਨਹੀਂ ਮਿਲਦਾ ਹੈਗਾ। ਓਕੇ, ਤੇ ਕੀ ਹੋਇਆ ਉਸ ਸਾਧ ਸੰਗਤ ਦੇ ਵਿੱਚ ਜਾਣ ਦੇ ਨਾਲ? ਕੀ ਹੋਇਆ ਉਸ ਸਥਾਨ ਤੇ ਪਹੁੰਚਣ ਦੇ ਨਾਲ? ਤੁਹਾਡੇ ਅੰਦਰ ਜਿਹੜਾ ਸੀਗਾ ਗਿਆਨ ਦਾ ਜਿਹੜਾ ਪ੍ਰਕਾਸ਼ ਹੋ ਗਿਆ। ਓਕੇ, ਇਨ ਅਦਰ ਵਰਡ ਕੀ ਹੋਇਆ ਗਿਆ? Your soul has been enlightened with the gyan of God. Okay? ਉਸ ਸਥਾਨ ਦਾ ਨਹੀਂ ਵਿਨਾਸ਼। ਹੁਣ ਉਹ ਜਿਹੜਾ ਸਥਾਨ ਹੈਗਾ ਉਹਦਾ ਮਤਲਬ ਇਹ ਨਹੀਂ ਕਿ ਹੁਣ ਸਾਧ ਸੰਗਤ ਵਾ, ਕਹਿਣ ਦਾ ਮਤਲਬ ਜਿੱਥੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ, ਅੰਤਰ ਜਿੱਥੇ ਅੰਦਰ ਹੋ ਗਿਆ ਪ੍ਰਕਾਸ਼, ਉਹਦਾ ਹੁਣ ਤੁਸੀਂ you cannot actually somehow lose it, or it cannot perish, or it cannot vanish. It will always be like that. ਜਦ ਇੱਕ ਵਾਰੀ ਪ੍ਰਕਾਸ਼ ਹੋ ਗਿਆ, that's it. ਤੁਸੀਂ ਜਿਉਂਦੇ ਜੀ, while you are living, you are one with God. ਤੁਹਾਡੇ ਅੰਦਰ ਪ੍ਰਕਾਸ਼ ਹੋ ਗਿਆ ਹੈਗਾ, so now you are not going to come back to any other state. You will be there all the time. Body ਜਦ ਮਰ ਗਿਆ, all is going to happen is it's going to go and mix with the 5 elements it came from. It's meaningless. Soul is the one which will actually merge with God, and you did it as a Gurmukh while you are still alive. Okay? ਮਨ ਤਨ ਨਾਮ ਰਤੇ। ਹੁਣ ਇਹਦੇ ਵਿੱਚ ਫਿਰ ਉਹ ਸਵਾਲ ਆ ਜਾਂਦਾ, ਮਨ ਤੋਂ ਬਗੈਰ ਕੌਮਾ ਨਹੀਂ ਪਾਇਆ, ਕਿਉਂਕਿ we were talking about 2 things. Okay? Mind and body. ਨਾਮ ਰਤੇ, ਜੇ ਰੱਤਾ ਹੁੰਦਾ ਤਾਂ ਇਹ ਸਿੰਗੂਲਰ ਹੋਣਾ ਸੀਗਾ। ਜਿਹੜੇ ਵੀ ਮਨ ਤਾਂ ਤਨ ਦੇ ਜਿਹੜੇ ਹੈਗੇ ਰੱਤੇ ਹੋਏ ਹੁੰਦੇ ਹੈਗੇ ਆ ਨਾਮ ਦੇ ਨਾਲ, those who are imbued with the name of one Vaheguru, one God, one God's love. Okay, ਉਹਦੇ ਨਾਲ ਰੱਤ ਗਏ ਹੈਗੇ ਆ, they are imbued with the love of one God. ਉਹਨਾਂ ਦਾ ਮਨ ਤਾਂ ਸਦਾ ਬਸੈ, they dwell forever with Vaheguru, ਪਾਰਬ੍ਰਹਮ ਕੇ ਸੰਗ, ਵਾਹਿਗੁਰੂ ਦੇ ਨਾਲ। So they are always dwelling with it. So
ਉਹੀ ਆ ਗਿਆ ਗੁਰਮੁਖ ਦੀ ਅਵਸਥਾ ਜਿਹੜੀ ਸੀਗੀ ਉਹ ਕਰ ਦਿੱਤੀ, ਬ੍ਰਹਮ ਗਿਆਨੀ ਦੀ ਅਵਸਥਾ ਦਾ ਦਿੱਤੀ ਉਹ ਪਰਸ ਦੀ। ਉਸ ਵੇਲੇ ਜਿਹੜੀਆਂ ਵੀ ਅਸੀਂ ਸਾਰੀਆਂ ਪੜ੍ਹੀਆਂ ਸੀਗੀਆਂ ਨਾ, they all are continuing, you know, actually you can see that, you know, where we are leading to. Okay? ਜਿਉਂ ਜਲ ਮੈਂ ਜਲ ਆਏ ਖਟਾਨਾ, ਹੁਣ ਉਹਦੇ ਵਿੱਚ ਸਾਫ਼ ਔਰ ਕਲੀਅਰ ਕਰ ਦਿੱਤਾ, ਜਦ ਤੁਸੀਂ ਇਸ ਅਵਸਥਾ ਦੇ ਵਿੱਚ ਚਲੇ ਜਾਂਦੇ ਆ, ਇਟਸ ਜਸਟ ਲਾਈਕ ਜਿੱਦਾਂ ਪਾਣੀ ਜਿਹੜਾ ਆ ਕੇ ਪਾਣੀ ਦੇ ਵਿੱਚ ਮਿਲ ਜਾਂਦਾ ਹੈਗਾ, ਵਾਟਰ ਕਮਸ ਐਂਡ ਬਲੈਂਡਸ ਵਿਦ ਵਾਟਰ, ਤਿਉਂ ਸੋ ਡਾਸ ਜੋਤੀ ਸੰਗ ਜੋਤ ਸਮਾਨਾ। ਹੁਣ ਜਿਹੜੀ ਜੋਤੀ ਹੈਗੀ ਆ, ਇਹ ਹੈਗੀ ਵਾਹਿਗੁਰੂ ਦੀ ਜੋਤ। We are talking about ਵਾਹਿਗੁਰੂ। ਓਕੇ, ਆ ਜਿਹੜੀ ਜੋਤ ਹੈਗੀ ਆ, that's the ਜੋਤ of soul, ਆਤਮਾ। ਸੋ ਜਿਹੜੀ ਆਤਮਾ ਹੈਗੀ ਆ, ਉਹ ਵਾਹਿਗੁਰੂ ਦੇ ਵਿੱਚ ਇਸ ਤਰ੍ਹਾਂ ਹੀ ਮਿਲ ਜਾਂਦੀ ਹੈਗੀ ਆ, ਜਿੱਦਾਂ ਪਾਣੀ ਜਿਹੜਾ ਹੈਗਾ ਪਾਣੀ ਦੇ ਵਿੱਚ ਮਿਲ ਜਾਂਦਾ, ਦਰਿਆ ਹੈਗਾ ਜਾ ਕੇ ਸਮੁੰਦਰ ਦੇ ਵਿੱਚ ਪੈ ਜਾਂਦਾ, that's ocean। ਸੇਮ ਥਿੰਗ ਇਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਵੀ ਜਿਹੜੀ ਤੁਹਾਡੀ ਜੋਤ ਹੈਗੀ ਆ, ਉਹਦੇ ਨਾਲ ਮਿਲ ਜਾਂਦੀ ਆ। ਕਦੋਂ ਮਿਲ ਜਾਂਦੀ ਆ? ਇਸ ਅਵਸਥਾ ਦੇ ਵਿੱਚ, ਗੁਰਮੁਖ ਦੀ ਅਵਸਥਾ ਦੇ ਵਿੱਚ, ਜਦ ਤੁਸੀਂ ਸਾਧ ਸੰਗਤ ਦੇ ਵਿੱਚ ਆ ਜਾਂਦੇ ਹੈਗੇ। ਓਕੇ, ਮਿਟ ਗਿਆ ਗਵਨ, ਤਾਂ ਉਹਦੇ ਨਾਲ ਕੀ ਹੁੰਦਾ ਹੈਗਾ? what did you obtain by doing that? ਗਵਨ, ਗਵਨ ਹੁੰਦਾ ਹੈਗਾ ਵੀ ਜਿਹੜਾ ਮੁੜ ਮੁੜ ਕੇ ਕਿਸੇ ਸਾਈਕਲ ਦੇ ਵਿੱਚ ਪਿਆ ਹੋਵੇ, ਕਿਤੇ ਜਾਣਾ ਹੋਵੇ, ਇੱਕ ਸੋਲ ਨੇ ਮੁੜ ਕੇ ਕਿਸੇ ਹੋਰ ਸਪੀਸੀਜ਼ ਦੇ ਵਿੱਚ ਟ੍ਰਾਂਸ ਮਾਈਗ੍ਰੇਸ਼ਨ ਦੇ ਵਿੱਚ ਪਿਆ ਹੈਗਾ। ਓਕੇ, ਉਹ ਜਿਹੜਾ ਗਵਨ ਹੈਗਾ, ਇਸ eradicated, it no longer exists. So just like we talk about transmigration, that ends there. Your transmigration ends, and by Visram, now he has found the place of peace, or you know, the place to rest in the feet of Vaheguru. Okay? Uncle D, is it just a typo, or like there you have I think it's covered. it's covered? Okay. Yeah, Kitte? it's covered. By the In the Ashpadi you don't have the Shuktarara, but in the translation you do. Oh, Visram, the typo nahi, aa jada aega. Yeah, it's on top. Yeah. He is certainly covering that. I think it's there. Okay, Visram. Rara पैर ਦੇ ਥੱਲੇ ਹੈਗਾ। Okay? ਨਾਨਕ, ਇਹ ਨਾਨਕ ਪ੍ਰਭ ਕਹਿ ਸੰਗੇ ਦਇਆ ਰਾਰਾ ਇਹਦਾ ਥੱਲੇ ਨੇ, ਕਿਉਂਕਿ ਕਈ ਵਾਰੀ ਹੈ ਨਾ ਥੱਲੇ ਵਾਲੀ ਜਦੋਂ ਕਰ ਹੈਗਾ ਇੱਥੇ ਥੱਲੇ ਪਾਇਆ। ਹਾਂ ਇੱਥੇ ਵੀ ਹੈਗਾ, ਮੈਂ ਮਾੜਾ ਜਿਹਾ ਦੇਖ ਸਕਦਾ ਹੈਗਾ, ਇੱਥੇ ਪ੍ਰਭ ਦੇ ਥੱਲੇ ਵੀ ਮਾੜਾ ਜਿਹਾ ਦਿਸਦਾ ਹੈਗਾ। ਉਹ ਫਿਰ ਮੈਂ ਨਾ ਕਈ ਵਾਰੀ ਉਹਨੂੰ ਉੱਪਰ ਚੱਕ ਦਿੰਦਾ ਵੀ ਸਾਰਾ ਥੱਲੇ ਤੋਂ ਦਿਸ ਪਵੇ। ਓਕੇ, ਨਾਨਕ ਪ੍ਰਭ ਕਹਿ ਸਾਧ ਕਰਵਾਨ, ਇਹ ਨਾਨਕ sacrifice forever to God, to Vaheguru. this is आज की प्रसिद्ध 11वीं। So in just all we are saying is सब कुछ ਕਰਨ ਕਰਾਉਣ ਵਾਲਾ ਜਿਹੜਾ ਹੈਗਾ ਉਹ ਵਾਹਿਗੁਰੂ ਆਪ ਆ। All the power is in his hand, you know, but whatever his hukum is, if we live according to that hukum, based on what we do, you know, within that hukum, ਜੇ ਅਸੀਂ ਮਨਮੁਖ ਵਾਲਾ ਰਸਤਾ ਫੜ ਲਿਆ, ਜਿੱਦਾਂ ਮੈਂ ਤੁਹਾਨੂੰ ਉਹਦੇ ਵਿੱਚ ਦੱਸਿਆ ਸੀ, will be in migration all the time. ਜੇ ਅਸੀਂ ਅਡਾਪਟ ਕਰ ਲਿਆ ਸਾਧ ਸੰਗਤ ਦਾ ਰਸਤਾ, ਗੁਰਮੁਖ ਦਾ ਰਸਤਾ, then we can get out of that and we can end that cycle and become one with God. That's the gist of it. Okay? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।